Vai, guru, 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 vai, guru. Vai, guru, 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 vai, guru. Vai, guru, vai, guru, vai, guru। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਗੁਰਬਾਣੀ ਗੁਰੂ ਵਿੱਚ ਸਤਿਗੁਰੂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ, ਸਾਡੇ ਮਨ ਨੂੰ ਸਮਝਾਉਂਦੇ ਬਈ ਸਾਡੇ ਇੱਥੇ ਆਉਣ ਦਾ ਜੋ ਮਕਸਦ, ਜੋ ਮਨੋਰਥ ਹੈ, ਪਰਮਾਤਮਾ ਨੂੰ ਮਿਲਣਾ, ਮਾਲਕ ਦੇ ਗੁਣ ਗਾਉਣੇ, ਉਹਦੀ ਉਸਤਤ ਕਰਨੀ, ਉਹਦੀ ਵਡਿਆਈ ਕਰਨੀ। ਹੁਣ ਜੋ ਇਹ ਆਪਸ ਮਨ ਕਰਦੇ, ਮਾਲਕ ਦੀ ਵਡਿਆਈ ਕਰਦੇ ਆ, ਇਹ ਆਪਣਾ ਘਰ ਦਾ ਕੰਮ ਹੈ। ਜਦੋਂ ਮਾਲਕ ਸਾਡੇ ਦੇ ਖੁਸ਼ ਹੁੰਦੇ, ਸਾਨੂੰ ਆਪਣੇ ਘਰ ਦੇ ਕੰਮ 'ਤੇ ਲਾਉਂਦੇ, ਫਿਰ ਮਹਾਰਾਜ ਕਹਿੰਦੇ ਬਈ ਦਿਨ ਰਾਤ ਅਸੀਂ ਆਪਦਾ ਘਰ ਦਾ ਕੰਮ ਕਰਦੇ, ਮਾਲਕ ਦੇ ਗੁਣ ਗਾਉਂਦੇ, ਸੰਗ ਕਰਕੇ ਸੰਤਾਂ ਦਾ। ਸਾਡੇ ਅੰਦਰ ਜੋ ਰੋਗ ਹੁੰਦਾ ਹਉਮੈ ਦਾ, ਇਹ ਸਾਡੇ ਅੰਦਰੋਂ ਰੋਗ ਜਾਂਦਾ ਲੱਗ। ਸਤਿਗੁਰੂ ਫਰਮਾਉਂਦੇ, ਗੁਣ ਗਾਵਾਂ ਦਿਨ ਰੈਣ, ਇਹ ਤੇ ਕੰਮ ਲਾਏ, ਸੰਤ ਜਨਾਂ ਕੇ ਸੰਗ ਹਉਮੈ ਰੋਗ ਜਾਏ। ਬਈ ਮਾਲਕ ਸਾਡੇ 'ਤੇ ਕਿਰਪਾ ਕਰੇ, ਸਾਨੂੰ ਇਹ ਕੰਮ 'ਤੇ ਲਾਵੇ, ਦਿਨ ਰਾਤ ਅਸੀਂ ਉਹਦੇ ਗੁਣ ਗਾਈਏ, ਅਤੇ ਸਾਨੂੰ ਹੋ ਜੇ ਸੰਗ ਸੰਤਾਂ ਦਾ। ਉਹਨਾਂ ਦਾ ਸੰਗ ਕਰਕੇ ਸਾਡੇ ਅੰਦਰੋਂ ਹਉਮੈ ਦਾ ਜਿਹੜਾ ਰੋਗ, ਇਹ ਰੋਗ ਜਾਂਦਾ ਲੱਗਦਾ, ਸਾਡਾ ਰੋਗ ਕੱਟਿਆ ਜਾਂਦਾ।
ਹੁਣ ਮਾਲਕ ਜਦੋਂ ਸਾਡੇ 'ਤੇ ਫਿਰ ਕਿਰਪਾ ਕਰਦੀ, ਜਿਹੜੇ ਗੁਰਮੁਖ ਸੰਗ ਕਰਦੇ ਸੰਤਾਂ ਦਾ, ਸਾਧ ਸੰਗਤ ਜਿਨ੍ਹਾਂ ਨੂੰ ਮਿਲ ਜਾਂਦੀ, ਉਹਨਾਂ ਨੂੰ ਭੇਤ ਆ ਜਾਂਦਾ ਨਾਮ ਦਾ, ਸ਼ਬਦ ਗੁਰੂ ਦਾ। ਜਿਹੜੇ ਗੁਰਮੁਖ ਫਿਰ ਸੇਵਾ ਕਰਦੇ ਸ਼ਬਦ ਗੁਰੂ ਦੀ, ਉਹਨਾਂ ਨੂੰ ਮਾਲਕ ਆਪਦੇ ਘਰ ਦੇ ਕੰਮ 'ਤੇ ਲਾਉਂਦਾ। ਮਾਰੇ ਫਰਮਾਉਂਦੇ, ਜੋ ਜਨ ਗੁਰ ਕੀ ਸੇਵਾ ਕਰੀ, ਸੋ ਘਰ ਕੇ ਕੰਮ ਹਰ ਲਾਇਆ। ਹੁਣ ਇਹ ਘਰ ਦਾ ਕੰਮ ਹੈ ਮਾਲਕ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਨਾਮ ਦੀ ਸਿਮਰਨ ਕਰਨਾ, ਅੱਗੇ ਕਰਾਉਣਾ, ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਣਾ। ਇਹ ਸਾਰਾ ਮਾਲਕ ਦੇ ਘਰ ਦਾ ਕੰਮ ਹੈ। ਜਿਨ੍ਹਾਂ ਦੇ ਮਾਲਕ ਖੁਸ਼ ਹੁੰਦੇ, ਕਿਰਪਾ ਦ੍ਰਿਸ਼ਟੀ ਕਰਦੇ, ਉਹਨਾਂ ਨੂੰ ਫਿਰ ਇਹ ਆਪਦੇ ਘਰ ਦੇ ਕੰਮ 'ਤੇ ਲਾਉਂਦੇ। ਸੋ ਇਸ ਵਾਸਤੇ ਫਿਰ ਆਵਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਆਪਦਾ ਘਰ ਦਾ ਕੰਮ ਕਰੋ। ਇਹ ਆਪਣੇ ਘਰ ਦੇ ਕੰਮ ਦੇ ਵਿੱਚ ਤੁਸੀਂ ਆਲਸ ਨਾ ਕਰੋ, ਤੁਸੀਂ ਢਿੱਲ ਨਾ ਵਰਤੋ। ਜਿਹੜਾ ਸਾਡਾ ਕੰਮ ਕਰਕੇ ਘਰ ਦਾ, ਉਹ ਹੈ ਸਿਮਰਨ ਕਰਨਾ। ਸਿਮਰਨ ਕਰਕੇ ਸਾਡਾ ਮੁਖ ਉਜਲ ਹੋਣਾ, ਸਾਡੇ ਮਨ ਨੇ ਸਦਾ ਲਈ ਸੁਖੀ ਹੋ ਜਾਣਾ ਅਤੇ ਸਾਨੂੰ ਦਰਗਾਹ ਦੇ ਵਿੱਚ ਵੀ ਥਾਂ ਮਿਲ ਜਾਣੀ। ਇਸ ਲਈ ਮਾਰੇ ਫਰਮਾਉਂਦੇ, ਆਪਣੇ ਕਾਰਜ ਕੋ ਕਿਉਂ ਅਲਕਾਈਏ, ਜਿਤ ਸਿਮਰਤ ਦਰਗਾਹ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਬਈ ਸਿਮਰਨ ਕਰਕੇ ਸਾਡਾ ਮੁਖ ਵੀ ਉਜਲ ਹੋ ਜਾਣਾ ਦਰਗਾਹ ਦੇ ਵਿੱਚ, ਇਹ ਅਸੀਂ ਸਦਾ ਸੁੱਖ ਦੀ ਵੀ ਪ੍ਰਾਪਤੀ ਕਰ ਲਏ। ਫਿਰ ਇਹਦੇ ਵਿੱਚ ਮਹਾਰਾਜ ਕਹਿੰਦੇ ਢਿੱਲ ਨਾ ਵਰਤ, ਇਹਦੇ ਵਿੱਚ ਆਲਸ ਨਾ ਕਰੋ। ਇਹ ਸਾਡਾ ਨਿੱਜੀ ਕੰਮ ਹੈ, ਆਪਦਾ ਸਿਮਰਨ ਕਰਨਾ। ਜਦੋਂ ਅਸੀਂ ਇਹ ਕੰਮ ਕਰਾਂਗੇ ਤੇ ਸਾਡੇ ਮਨ ਨੂੰ ਸੁੱਖ ਮਿਲੇਗਾ, ਸਾਡੇ ਮਨ ਨੂੰ ਸ਼ਾਂਤੀ ਆਏਗੀ। ਸਾਡੇ ਅੰਦਰ ਜੋ ਇਹ ਕਲਾ ਕਲੇਸ਼ ਵਿਚਾਰਾਂ ਦਾ, ਫੁਰਨਿਆਂ ਦਾ, ਇਹ ਸਾਡਾ ਕਲਾ ਕਲੇਸ਼ ਮਿਟ ਜੇਗਾ। ਤੇ ਇਹੋ ਮਹਾਰਾਜ ਸਾਨੂੰ ਸਮਝਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਓ। ਬਈ ਇਹ ਕਲਾ ਕਲੇਸ਼ ਨੂੰ ਖਤਮ ਕਰੋ, ਮਿਟਾਓ। ਜਿਹੜਾ ਸਿਮਰਨ ਕਰੇਗਾ ਉਹਦਾ ਮਿਟ ਜੇਗਾ। ਔਰ ਆਵਾਂ ਨੂੰ ਫਿਰ ਸਮਝਾਉਂਦੇ ਬਈ ਇਹ ਕਲਾ ਕਲੇਸ਼ ਕਾਹਦਾ, ਵਿਚਾਰਾਂ 'ਚ, ਫੁਰਨਿਆਂ 'ਚ। ਇਹ ਜਿਹੜਾ ਸੰਸਾਰ ਹੈ ਵਿਚਾਰਾਂ ਦਾ ਸੰਸਾਰ, ਵਿਚਾਰਾਂ ਦਾ ਹੀ ਦੇਸ਼ ਹੈ, ਅਤੇ ਇੱਧਰ ਸਾਰਾ ਖੇਲ ਵਿਚਾਰਾਂ ਦਾ ਚੱਲਦਾ। ਸਾਡਾ ਇੱਕ ਦੂਸਰੇ ਨਾਲ ਵਿਚਾਰਾਂ ਦਾ ਟਕਰਾਅ ਹੁੰਦਾ ਪਰਿਵਾਰ ਦੇ ਵਿੱਚ, ਫਿਰ ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਫਿਰ ਇਹ ਅੱਗੇ ਦੀ ਅੱਗੇ ਕਲੇਸ਼ ਵੱਧਦਾ ਜਾਂਦਾ, ਉਹ ਸਮਾਜ ਦੇ ਵਿੱਚ ਇਹ ਕਲੇਸ਼ ਫੈਲ ਜਾਂਦਾ। ਫਿਰ ਸਤਿਗੁਰੂ ਕਹਿੰਦੇ ਸ਼ੁਰੂ ਕਿੱਥੋਂ ਹੁੰਦਾ, ਸਾਡੇ ਅੰਦਰੋਂ, ਸਾਡੇ ਆਪਣੇ ਘਰ ਤੋਂ। ਸੋ ਇਸ ਵਾਸਤੇ ਫਿਰ ਕਹਿੰਦੇ ਬਈ ਤੁਸੀਂ ਆਪਣਾ ਕਲੇਸ਼ ਮਿਟਾ ਲਓ। ਜੇ ਤੁਸੀਂ ਆਪਣਾ ਮਿਟਾ ਲਿਆ ਤੇ ਸਮਝ ਲਓ ਸਾਰਿਆਂ ਦਾ ਹੀ ਮਿਟ ਗਿਆ, ਕਿਉਂਕਿ ਸਾਰੀ ਕਹਾਣੀ ਆਪਣੇ ਮਨ ਦੀ ਹੈ। ਜੇ ਅਸੀਂ ਆਪਦੇ ਮਨ ਨੂੰ ਜਿੱਤ ਲਏ ਤੇ ਸਮਝ ਲਓ ਅਸੀਂ ਸਾਰਾ ਜੱਗ ਹੀ ਜਿੱਤ ਲਿਆ। ਮਹਾਰਾਜ ਕਹਿੰਦੇ ਮਨ ਜੀਤੇ ਜੱਗ ਜੀਤ। ਜੇ ਅਸੀਂ ਆਪਦੇ ਮਨ ਨੂੰ ਨਹੀਂ ਜਿੱਤੇ ਤੇ ਜੱਗ ਨੂੰ ਨਹੀਂ ਜਿੱਤ ਸਕਦੇ। ਜੱਗ ਜਿੱਤੇ ਹੀ ਨਹੀਂ ਜਾਂਦਾ, ਜੱਗ ਕਿਸੇ ਦਾ ਕਦੇ ਬਣਿਆ ਹੀ ਨਹੀਂ। ਇੱਥੇ ਸਿਰਫ ਇਹ ਵਿਚਾਰਾਂ ਦਾ ਖੇਲ, ਵਿਚਾਰ ਮਿਲਦੇ ਤੇ ਸਾਡਾ ਰਿਸ਼ਤਾ ਹੈ।
ਵਿਚਾਰ ਮਿਲਦੇ ਤੇ ਜਿਹਦੇ ਨਾਲ ਮਿਲਦੇ ਉਹਦੀ ਉਸਤਤ ਕਰਦੇ ਹਾਂ, ਬੜਾ ਚੰਗਾ। ਜਿਹਦੇ ਨਾਲ ਵਿਚਾਰ ਨਹੀਂ ਮਿਲਦੇ, ਵਿਚਾਰਾਂ ਦਾ ਟਕਰਾਅ ਹੈ, ਉਹਦੀ ਜੀ ਬੁਰਾਈ ਕਰਨੀ ਸ਼ੁਰੂ ਕਰ ਦਿੰਦੇ, ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ, ਬੜਾ ਮਾੜਾ ਹੈ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਬਈ ਇਹ ਵਿਚਾਰਾਂ ਦਾ ਕਲੇਸ਼ ਸਾਡੇ ਅੰਦਰ, ਜਦੋਂ ਵਿਚਾਰ ਕਿਸੇ ਨਾਲ ਟਕਰਾਉਂਦੇ, ਸਾਡੇ ਅੰਦਰ ਦੁਬਦਾ ਆਉਂਦੀ, ਸਾਡੇ ਅੰਦਰ ਵੈਰ ਵਿਰੋਧ ਆਉਂਦਾ, ਸਾਨੂੰ ਗੁੱਸਾ ਆਉਂਦਾ, ਕ੍ਰੋਧ ਆਉਂਦਾ। ਜੇ ਹੁਣ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਜੇ ਅਸੀਂ ਗਿਆਨ ਲੈ ਕੇ ਚੱਲਾਂਗੇ, ਸਾਡਾ ਮਨ ਸਹਿਜ ਵਿੱਚ ਹੋਏਗਾ, ਫਿਰ ਆਪਾਂ ਨੂੰ ਚਾਹੇ ਜੋ ਜਿਵੇਂ ਮਰਜ਼ੀ ਬੋਲੀ ਚੱਲਣ, ਚਾਹੇ ਕੋਈ ਮੰਦਾ ਬੋਲੀ ਚੱਲੇ, ਚਾਹੇ ਕੋਈ ਚੰਗਾ ਬੋਲੀ ਚੱਲੇ, ਸਾਡੇ ਮਨ 'ਤੇ ਅਸਰ ਨਹੀਂ ਹੋਏਗਾ। ਕਿਉਂਕਿ ਆਪਾਂ ਆਪਦੇ ਘਰ 'ਚ ਬੈਠੇ ਹਾਂ, ਅਸੀਂ ਸਹਿਜ ਵਿੱਚ ਬੈਠੇ, ਉੱਥੇ ਸਾਡੇ ਮਨ 'ਤੇ ਇਹਨਾਂ ਗੱਲਾਂ ਦਾ ਅਸਰ ਨਹੀਂ ਹੁੰਦਾ। ਜੇ ਹੁਣ ਅਸੀਂ ਸਹਿਜ ਵਿੱਚ ਗਏ ਨਹੀਂ, ਆਪਣੇ ਘਰ ਬੈਠੇ ਨਹੀਂ, ਫਿਰ ਸਾਡੇ 'ਤੇ ਇਹਨਾਂ ਗੱਲਾਂ ਦਾ ਅਸਰ ਹੋਏਗਾ। ਸਾਨੂੰ ਕੋਈ ਮਾੜਾ ਜਿਹਾ ਸ਼ਬਦ ਦੀ ਚੋਟ ਮਾਰੇਗਾ, ਸਾਡੇ ਅੰਦਰ ਅਗਨ ਹੈ ਤੇ ਉਹ ਅਗਨ ਭੜਕ ਉੱਠੇਗੀ, ਇਹ ਰਜੀਵ ਅੱਗਿਓਂ ਬੋਲਣਾ ਸ਼ੁਰੂ ਕਰ ਦੇ, ਇੱਕ ਮਾੜੇ ਬੋਲਣੇ ਸ਼ੁਰੂ ਕਰ ਦੇ। ਫਿਰ ਇਸ ਕਰਕੇ ਉਹ ਫਿਰ ਅੱਗੇ ਦੀ ਅੱਗੇ ਦੁਬਦਾ ਵੱਧਦੀ ਜਾਂਦੀ। ਇੱਕ ਬੋਲਦਾ ਫਿੱਕੇ ਬੋਲ, ਦੂਜਾ ਵੀ ਬੋਲਦਾ, ਤੇ ਉਹ ਦੁਬਦਾ ਵੈਰ ਵਿਰੋਧ ਹੋਰ ਵੱਧ ਜਾਂਦੀ, ਹੋਰ ਈਰਖਾ, ਹੋਰ ਨਫ਼ਰਤ ਪੈ ਜਾਂਦੀ। ਹੁਣ ਸਤਿਗੁਰੂ ਕਹਿੰਦੇ ਵੀ ਇਹ ਦੁਬਦਾ ਨੂੰ ਖਤਮ ਕਰਨ ਵਾਸਤੇ ਪਰਮਾਤਮਾ ਦਾ ਸਿਮਰਨ ਹੈ। ਜੇ ਅਸੀਂ ਸਿਮਰਨ ਕਰੀਏ, ਸਾਡੇ ਅੰਦਰੋਂ ਇਹ ਦੁਬਦਾ ਵੈਰ ਵਿਰੋਧ ਖਤਮ ਹੋ ਜੇ। ਜੇ ਜੀਵ ਸਿਮਰਨ ਕਰਦਾ ਨਹੀਂ, ਉਹਦੇ ਅੰਦਰੋਂ ਦੁਬਦਾ ਜਾਂਦੀ ਨਹੀਂ, ਉਹ ਦਿਨ ਪ੍ਰਤੀ ਦਿਨ ਦੁਬਦਾ ਹੋਰ ਵੱਧਦੀ ਜਾਂਦੀ। ਇਸ ਲਈ ਮਾਰੇ ਫਰਮਾਉਂਦੇ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਇਹੋ ਸਾਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ ਸਾਡੇ ਜੀਵਨ ਦੀ ਜਾਂਚ ਦੱਸੀ ਹੋਈ ਹੈ ਬਈ ਜੋ ਸਾਡੇ ਨਾਲ ਨਿੱਤ ਬੀਤਦਾ ਹੈ, ਉਹੀਓ ਸਾਨੂੰ ਸਾਡੇ ਜੀਵਨ ਦੀ ਜਾਂਚ ਦੱਸਦੀ ਬਈ ਕਿਵੇਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ ਅਤੇ ਕਿਵੇਂ ਅਸੀਂ ਵਿਚਾਰਾਂ ਦੇ ਟਕਰਾਅ ਤੋਂ ਬਚਣਾ। ਫਿਰ ਕਿਵੇਂ ਅਸੀਂ, ਜੇ ਸਾਡੇ ਅੰਦਰ ਦੁਬਦਾ ਪਈ, ਇਹ ਦੁਬਦਾ ਤੋਂ ਅਸੀਂ ਉੱਪਰ ਉੱਠਣਾ। ਇਹੋ ਸਾਰਾ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਸਾਡੇ ਜੀਵਨ ਦੀ ਜਾਂਚ ਦੱਸੀ ਸਤਿਗੁਰਾਂ ਨੇ ਵੀ ਸਾਡੇ ਮਨ ਨੂੰ ਸ਼ਾਂਤੀ ਰਹੇ, ਸਾਡਾ ਮਨ ਸਹਿਜ ਵਿੱਚ ਰਹੇ, ਤਾਂ ਕਿ ਅਸੀਂ ਵੈਰ ਵਿਰੋਧ, ਈਰਖਾ, ਨਫ਼ਰਤ 'ਚ ਨਾ ਜਾਈਏ। ਉਹਦੇ ਵਾਸਤੇ ਫਿਰ ਇਹ ਸਤ ਸੰਗਤ ਹੈ, ਸਤਿਗੁਰ ਦਾ ਸਕੂਲ। ਇੱਥੇ ਆਪਾਂ ਇਹ ਸਾਰਾ ਭੇਦ ਲੈਣਾ ਹੈ, ਇੱਥੇ ਆਪਾਂ ਜੀਵਨ ਦੀ ਜਾਂਚ ਸਿੱਖਣੀ, ਇੱਥੇ ਆਪਾਂ ਮਾਲਕ ਦੇ ਜਿਹੜੇ ਗੁਣ ਨੇ ਉਹ ਗੁਣ ਸਿੱਖਣੇ, ਉਹਨਾਂ ਗੁਣਾਂ ਤੋਂ ਜਾਣੂ ਹੋਣਾ, ਤਾਂ ਕਿ ਉਹੀ ਗੁਣ ਸਾਡੇ ਅੰਦਰ ਆ ਜਾਣ ਪਰਮਾਤਮਾ ਵਾਲੇ। ਮਾਰੇ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਬਈ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਜਿੱਥੇ ਆ ਕੇ ਅਸੀਂ ਇਹ ਸਿੱਖਿਆ ਲੈਣੀ, ਜਿੱਥੇ ਆ ਕੇ ਅਸੀਂ ਇਹ ਸਿੱਖਣਾ। ਹੁਣ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਫਿਰ ਜੀਵਾਂ ਨੇ ਦੇਖਣਾ ਆਪਣੇ ਵੱਲ ਬਈ ਇਹਨਾਂ ਦੇ ਸੁਭਾਅ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ, ਵੀ ਇਹਨਾਂ ਦਾ ਅੰਦਰ ਬਦਲਿਆ ਵੀ ਹੈ ਕਿ ਨਹੀਂ ਬਦਲਿਆ। ਉਹ ਸਭ ਤੋਂ ਪਹਿਲਾਂ ਤਾਂ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਦੇਖਣਾ, ਕਿਉਂਕਿ ਆਪਾਂ ਜਦੋਂ ਘਰ ਜਾਣਾ ਹੈ, ਹੁਣ ਜਿਹੜੇ ਜੀਵ ਸੰਗਤ ਨਹੀਂ ਕਰਦੇ, ਉਹਨਾਂ ਦੇ ਮੁੱਖ ਦੇ ਵਿੱਚ ਕਾਲ ਨੇ ਅੱਗ ਰੱਖੀ ਹੋਈ, ਅਗਨ ਹੈ ਉਹਨਾਂ ਦੇ ਮੁੱਖ ਦੇ ਵਿੱਚ। ਜਦੋਂ ਉਹਨਾਂ ਦੇ ਮੁੱਖ 'ਚ ਅਗਨ ਹੈ ਅਤੇ ਉਹਨਾਂ ਨੇ ਮੁੱਖ ਦੇ ਵਿੱਚੋਂ ਅੱਗ ਕੱਢਣੀ, ਉਹਨਾਂ ਨੇ ਕੋਈ ਨਾ ਕੋਈ ਆਪਾਂ ਨੂੰ ਸ਼ਬਦ ਦੀ ਚੋਟ ਮਾਰਨੀ,
ਕੋਈ ਨਾ ਕੋਈ ਉਹਨਾਂ ਨੇ ਫਿੱਕਾ ਬੋਲ ਦੇਣਾ। ਜੇ ਤਾਂ ਹੁਣ ਆਪਾਂ ਜੋ ਸਤਿਗੁਰੂ ਆਪਾਂ ਨੂੰ ਸਮਝਾਉਂਦੇ, ਜੇ ਤਾਂ ਆਪਾਂ ਸਿਮਰਨ ਕਰ ਰਹੇ, ਸ਼ਬਦ ਦਾ ਰੱਖਿਆ ਚੱਕਰ ਬਣਾ ਕੇ ਰੱਖਿਆ ਹੋਇਆ, ਫਿਰ ਤਾਂ ਉਹ ਜੋ ਉਹਨਾਂ ਨੇ ਬੋਲਿਆ ਉਹਦਾ ਸਾਡੇ ਮਨ 'ਤੇ ਅਸਰ ਨਹੀਂ ਹੋਏਗਾ। ਜੇ ਆਪਣੇ 'ਤੇ ਅਸਰ ਨਾ ਹੋਇਆ, ਆਪਾਂ ਚੁੱਪ ਕਰ ਗਏ, ਜਦੋਂ ਸਮਝਣਗੇ ਵੀ ਇਹਨਾਂ ਦੇ ਵਿੱਚ ਕੁਝ ਨਾ ਕੁਝ ਬਦਲਾਅ ਆਏ, ਬਈ ਇਹਨਾਂ ਦੇ ਅੰਦਰ ਕੁਝ ਨਾ ਕੁਝ ਸਹਿਜ ਆਇਆ। ਜੇ ਹੁਣ ਉਹਨਾਂ ਨੇ ਬੋਲਿਆ ਅਤੇ ਆਪਾਂ ਅੱਗਿਓਂ ਬੋਲਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਆਪਾਂ ਨੂੰ ਇੱਕ ਗੱਲ ਆਖੀ, ਆਪਾਂ ਅੱਗਿਓਂ 5-7 ਸੁਣਾਤੀਆਂ ਉਹਨਾਂ ਨੂੰ, ਫਿਰ ਉਹ ਕਹਿਣਗੇ ਬਈ ਇਹ ਪਖੰਡ ਕਰਦੇ, ਬਈ ਇਹਨਾਂ ਦੇ ਅੰਦਰ ਬਦਲਾਓ ਕੋਈ ਨਹੀਂ ਆਇਆ। ਬਈ ਉੱਦਾਂ ਤਾਂ ਕਹਿੰਦੇ ਅਸੀਂ ਗੁਰੂ ਘਰ ਜਾਂਦੇ ਹਾਂ, ਅਸੀਂ ਸਿਮਰਨ ਕਰਦੇ, ਅਤੇ ਗੱਲ ਤਾਂ ਮਾੜੀ ਜਿਹੀ ਨਹੀਂ ਸਹਾਰਦੇ ਕਿਸੇ ਦੀ। ਉਹਨਾਂ ਨੇ ਆਪਦਾ ਨਹੀਂ ਮੰਨਣਾ ਬਈ ਅਸੀਂ ਸਿਮਰਨ ਨਹੀਂ ਕਰਦੇ, ਜਾਂ ਉਹਨਾਂ ਨੇ ਕਹਿਣਾ ਅਸੀਂ ਤਾਂ ਕਰਦੇ ਹੀ ਨਹੀਂ, ਸਾਡੇ ਅੰਦਰ ਤਾਂ ਹੈ ਹੀ ਨਹੀਂ। ਚਲੋ, ਪਰ ਤੁਸੀਂ ਤਾਂ ਕਰਦੇ ਹੋ, ਤੁਹਾਡੇ ਅੰਦਰ ਤਾਂ ਸਹਿਜ ਹੋਣਾ ਚਾਹੀਦਾ। ਉਹਨੂੰ ਇੰਨਾ ਸਮਾਂ ਹੋ ਗਿਆ ਸਿਮਰਨ ਕਰਦਿਆਂ ਨੂੰ, ਸੰਗਤ ਕਰਦਿਆਂ ਨੂੰ, ਕਿ ਤੁਹਾਡੇ ਅੰਦਰ ਕੀ ਬਦਲੇ। ਜੇ ਹੁਣ ਆਪਣਾ ਅੰਦਰ ਹੀ ਨਹੀਂ ਬਦਲਿਆ, ਇਹ ਫਿਰ ਆਪਾਂ ਉਹਨਾਂ ਨੂੰ ਕੀ ਦੱਸਾਂਗੇ? ਫਿਰ ਉਹ ਨਹੀਂ ਮੰਨਣਗੇ, ਫਿਰ ਉਹ ਨਹੀਂ ਕਰਨਗੇ ਸਿਮਰਨ, ਨਾ ਉਹ ਸੰਗਤ 'ਚ ਆਉਣਗੇ। ਕਿਉਂਕਿ ਉਹਨਾਂ ਨੇ ਕਹਿਣਾ ਜਦੋਂ ਤੁਹਾਡੇ ਅੰਦਰ ਤੁਹਾਨੂੰ ਇੰਨਾ ਸਮਾਂ ਹੋ ਗਿਆ ਕਰਦਿਆਂ ਨੂੰ, ਤੁਸੀਂ ਤਾਂ ਬਦਲੇ ਨਹੀਂ, ਅਤੇ ਸਾਨੂੰ ਕਿਉਂ ਕਹਿੰਦੇ ਹੋ ਅਸੀਂ ਤਾਂ ਇੱਦਾਂ ਹੀ ਚੰਗੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ, ਅਸੀਂ ਇਹਨਾਂ ਦਾ ਆਖਿਆ ਮੰਨਦੇ ਹੋਏ ਅਸੀਂ ਆਪ ਸਿਮਰਨ ਕਰ। ਜਦੋਂ ਅਸੀਂ ਸਿਮਰਨ ਕਰਾਂਗੇ ਅਤੇ ਫਿਰ ਸਾਡਾ ਅੰਦਰ ਬਦਲੇਗਾ। ਇਹ ਹੋ ਹੀ ਨਹੀਂ ਸਕਦਾ ਵੀ ਅਸੀਂ ਸਿਮਰਨ ਕਰੀਏ ਅਤੇ ਸਾਡਾ ਅੰਦਰ ਬਦਲੇ ਨਾ। ਹੁਣ ਸਾਡਾ ਅੰਦਰ ਬਦਲਦਾ ਕਾਹਤੋਂ ਨਹੀਂ? ਕਾਰਨ ਕੀ ਹੈ? ਇਹਦਾ ਕਾਰਨ ਜ਼ਿਆਦਾ ਇਹ ਹੈ ਵੀ ਜਦੋਂ ਅਸੀਂ ਇੱਥੇ ਆਉਂਦੇ, ਇੱਥੇ ਆ ਕੇ ਤਾਂ ਅਸੀਂ ਸਿਮਰਨ ਕਰਦੇ ਹਾਂ। ਜਦੋਂ ਅਸੀਂ ਘਰਾਂ 'ਚ ਜਾਂਦੇ ਹਾਂ, ਪਰਿਵਾਰਾਂ 'ਚ, ਉੱਥੇ ਅਸੀਂ ਸਿਮਰਨ ਨਹੀਂ ਕਰਦੇ। ਜਦੋਂ ਅਸੀਂ ਆਪਦੇ ਘਰੇ ਸਿਮਰਨ ਨਹੀਂ ਕਰਾਂਗੇ, ਫਿਰ ਸਾਡਾ ਅੰਦਰ ਨਹੀਂ ਬਦਲੇਗਾ। ਇਸ ਵਾਸਤੇ ਜਿਵੇਂ ਬੱਚਾ ਸਕੂਲ 'ਚ ਆਉਂਦਾ, ਸਕੂਲ 'ਚ ਆਇਆ, ਉਹਨੂੰ ਸਕੂਲ 'ਚੋਂ ਸਬਕ ਮਿਲਿਆ, ਉਹ ਸਬਕ ਨੂੰ ਉਹਨੇ ਘਰ ਜਾ ਕੇ ਕਰਨਾ। ਜੇ ਹੁਣ ਉਹ ਘਰੇ ਜਾ ਕੇ ਕਰੇ ਨਾ, ਤੇ ਉਹ ਪਾਸ ਨਹੀਂ ਹੋ ਸਕਦਾ। ਹੁਣ ਆਮ ਜੀਵ ਕੀ ਸਮਝਦੇ ਵੀ ਅਸੀਂ ਜਦੋਂ ਗੁਰਦੁਆਰੇ ਆਉਂਦੇ ਹਾਂ ਉਦੋਂ ਹੀ ਅਸੀਂ ਸਿਮਰਨ ਕਰਨਾ, ਜਾਂ ਉਦੋਂ ਹੀ ਗੁਰਬਾਣੀ ਨੂੰ ਸੁਣਨਾ। ਜਦੋਂ ਅਸੀਂ ਘਰੇ ਚਲੇ ਗਏ ਫਿਰ ਤਾਂ ਸਾਨੂੰ ਕਰਨ ਦੀ ਲੋੜ ਹੀ ਨਹੀਂ। ਬਈ ਅਸੀਂ ਸਵੇਰੇ ਜਾਏ, ਮੱਥਾ ਟੇਕਿਆ, ਥੋੜ੍ਹਾ ਸਮਾਂ ਹਾਜ਼ਰੀ ਲਵਾਏ, ਹੁਣ ਜੋ ਮਰਜ਼ੀ ਕਰੀ ਚੱਲੋ। ਫਿਰ ਸਾਡਾ ਅੰਦਰ ਨਹੀਂ ਬਦਲੇਗਾ, ਫਿਰ ਸਾਡਾ ਸੁਭਾਅ ਨਹੀਂ ਬਦਲੇਗਾ, ਸਾਡੇ ਅੰਦਰ ਕੋਈ ਬਦਲਾਅ ਆਉਣਾ ਹੀ ਨਹੀਂ। ਆਈਆਂ ਮਾਰੇ ਸਾਨੂੰ ਕਹਿੰਦੇ ਵੀ ਉੱਦਾਂ ਤਾਂ ਜੀਵ ਸਵੇਰੇ ਸ਼ਾਮ ਕੀ ਚਾਹੇ 100 ਵਾਰੀ ਆਵੇ ਜਾਵੇ, ਆ ਕੇ ਮੱਥਾ ਟੇਕੇ। ਜੇ ਸਾਨੂੰ ਸਤਿਗੁਰੂ ਦੇ ਬਚਨਾਂ 'ਤੇ ਪ੍ਰਤੀਤ ਨਹੀਂ, ਅਸੀਂ ਇਹਨਾਂ ਦੇ ਆਖੇ 'ਤੇ ਸਿਮਰਨ ਨਹੀਂ ਕਰਦੇ, ਜੋ ਸਾਨੂੰ ਰਹਿਤਾਂ ਦੱਸਦੇ ਉਹ ਰਹਿਤਾਂ ਨਹੀਂ ਰੱਖਦੇ, ਅਤੇ ਸਾਡਾ ਅੰਦਰ ਬਦਲ ਨਹੀਂ ਲੱਗਿਆ ਕੁਛ ਵੀ। ਇਸ ਲਈ ਮਾਰੇ ਫਰਮਾਉਂਦੇ, ਸਤਿਗੁਰ ਕੀ ਪ੍ਰਤੀਤ ਨਾਈ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਮਨ ਨੇ ਸੁਖੀ ਨਹੀਂ ਹੋਣਾ, ਚਾਹੇ ਉਹ 100 ਵਾਰੀ 100 ਗੇੜਾ ਲਾਵੇ, ਆਵੇ ਜਾਵੇ, ਜੇ ਉਹ ਸਤਿਗੁਰ ਦਾ ਵਚਨ ਨਹੀਂ ਮੰਨਦਾ, ਜੇ ਉਹ ਸਿਮਰਨ ਨਹੀਂ ਕਰਦਾ। ਸੋ ਜਾਣੀ ਦੀ ਸਾਰੀ ਜਿਹੜੀ ਕਹਾਣੀ, ਸਾਰੀ ਗੱਲ ਸਾਡੀ ਮੰਨਣ 'ਤੇ ਵੀ ਅਸੀਂ ਕਿੰਨਾ ਕੁ ਮੰਨਦੇ ਹਾਂ ਗੁਰੂ ਦਾ ਬਚਨ। ਜੇ ਤਾਂ ਅਸੀਂ ਮੰਨ ਕੇ ਸਿਮਰਨ ਕਰਾਂਗੇ, ਸਾਡਾ ਮਨ ਸਹਿਜ ਵਿੱਚ ਜਾਏਗਾ ਹੀ ਜਾਏਗਾ। ਇਹ ਹੋ ਹੀ ਨਹੀਂ ਸਕਦਾ ਵੀ ਅਸੀਂ ਸਿਮਰਨ ਕਰੀਏ ਅਤੇ ਜੋ ਸਤਿਗੁਰੂ ਸਾਨੂੰ ਰਹਿਤਾਂ ਦੱਸਦੇ ਅਸੀਂ ਉਹ ਰਹਿਤਾਂ ਵੀ ਰੱਖੀਏ, ਅਤੇ ਸਾਡਾ ਮਨ ਸਹਿਜ ਵਿੱਚ ਨਾ ਜਾਵੇ, ਸਾਡੇ ਮਨ ਨੂੰ ਸ਼ਾਂਤੀ ਨਾ ਆਵੇ। ਇਹ ਹੋ ਹੀ ਨਹੀਂ ਸਕਦਾ।
ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਸਾਡਾ ਮਨ ਸਹਿਜ ਵਿੱਚ ਉਦੋਂ ਨਹੀਂ ਜਾਂਦਾ ਜਦੋਂ ਅਸੀਂ ਸ਼ਬਦ ਦਾ ਰੱਖਿਆ ਚੱਕਰ ਨਹੀਂ ਬਣਾ ਕੇ ਰੱਖਦੇ, ਜਦੋਂ ਅਸੀਂ ਜੋ ਗੁਰੂ ਸਾਨੂੰ ਗੁਰਬਾਣੀ ਰਹਿਤਾਂ ਦੱਸਦੇ ਉਹ ਅਸੀਂ ਰਹਿਤਾਂ ਨਹੀਂ ਰੱਖਦੇ। ਸਾਨੂੰ ਕਹਿੰਦੇ ਵੀ ਸਿਮਰਨ ਕਰੋ, ਸਿਮਰਨ ਕਰਦੇ ਰਹੋ ਹਰ ਸਮੇਂ। ਅਸੀਂ ਕਹਿੰਦੇ ਵੀ ਚਲੋ ਹਰ ਸਮੇਂ ਸਾਤੋਂ ਹੁੰਦਾ ਨਹੀਂ। ਉਹ ਕਹਿੰਦੇ ਜੇ ਹਰ ਸਮੇਂ ਸਿਮਰਨ ਨਹੀਂ ਹੁੰਦਾ ਫਿਰ ਰਹਿਤਾਂ ਰੱਖ ਲਓ। ਰਹਿਤਾਂ ਕੀ, ਜੋ ਆਪਾਂ ਅਕਸਰ ਹੀ ਵਿਚਾਰ ਕਰਦੇ ਰਹਿੰਦੇ ਵੀ ਕਿਸੇ ਦੀ ਨਿੰਦਿਆ ਨਾ ਕਰੋ, ਨਾ ਕਿਸੇ ਦੀ ਨਿੰਦਿਆ ਸੁਣੋ। ਇਹ ਮਨ ਦੀ ਰਹਿਤ ਹੈ। ਜੇ ਅਸੀਂ ਇਹ ਰਹਿਤ ਰੱਖਾਂਗੇ, ਕਿਸੇ ਦੀ ਨਿੰਦਿਆ ਨਾ ਕਰਾਂਗੇ ਨਾ ਸੁਣਾਂਗੇ, ਤੇ ਸਾਡੇ ਮਨ 'ਤੇ ਮੈਲ ਨਹੀਂ ਲੱਗਣੀ। ਕਿਸੇ ਨਾਲ ਮਨ 'ਚ ਦੁਬਦਾ ਨਾ ਰੱਖ, ਇਹ ਮਨ ਦੀ ਰਹਿਤ ਹੈ। ਜੇ ਰਹਿਤ ਰੱਖ ਲਈ ਤੇ ਫਿਰ ਸਾਡੇ ਮਨ 'ਤੇ ਮੈਲ ਨਹੀਂ ਲੱਗਣੀ। ਹਉਮੈ ਜਿਹੜਾ ਇਹ ਸਾਧ ਰੋਗ ਹੈ ਵੀ ਹਉਮੈ ਤੋਂ ਮਨ ਨੂੰ ਰਹਿਤ ਰੱਖ, ਇਹ ਸਾਡੇ ਮਨ ਦੀ ਰਹਿਤ ਹੈ। ਲੋਕ ਲੱਜਾ ਤੋਂ ਉੱਪਰ ਉੱਠ। ਜੇ ਅਸੀਂ ਇਹ ਰਹਿਤਾਂ ਰੱਖਦੇ ਹਾਂ ਫਿਰ ਅਸੀਂ ਚਾਹੇ ਸਿਮਰਨ ਥੋੜ੍ਹਾ ਵੀ ਕਰ ਲਈਏ ਤਾਂ ਵੀ ਸਾਡਾ ਸਹਿਜ ਬਣਿਆ ਰਹਿਣਾ, ਤਾਂ ਵੀ ਸਾਡੇ ਮਨ ਨੇ ਸਹਿਜ ਦੇ ਵਿੱਚ ਹੀ ਰਹਿਣਾ। ਜੇ ਹੁਣ ਅਸੀਂ ਇਹ ਰਹਿਤਾਂ ਨਹੀਂ ਰੱਖਦੇ ਫਿਰ ਸਾਡਾ ਮਨ ਹੈ ਜਿਹੜਾ ਉਹ ਸਹਿਜ ਵਿੱਚ ਨਹੀਂ ਜਾਏ। ਇਹ ਘਰ ਦੇ ਵਿੱਚ ਬੈਠੇ ਗਈ ਕਿਉਂਕਿ ਨਿੰਦੇ ਆ, ਇਹ ਸਾਨੂੰ ਘਰ 'ਚ ਜਾਣ ਨਹੀਂ ਦੇਗੀ। ਸਹਿਜ ਦੇ ਵਿੱਚ ਮੈਲ ਹੈ। ਕਿਸੇ ਨਾਲ ਸਾਡੇ ਅੰਦਰ ਦੁਬਦਾ ਬੈਰ ਵਿਰੋਧ, ਉਹ ਸਾਨੂੰ ਸਹਿਜ ਵਿੱਚ ਨਹੀਂ ਜਾਣ ਦੇਗਾ, ਸਾਨੂੰ ਘਰ ਨਹੀਂ ਜਾਣ ਦੇਗਾ। ਇਹ ਹਉਮੈ, ਇਹ ਸਾਨੂੰ ਘਰ ਨਹੀਂ ਜਾਣ ਦੇਗੀ। ਇਹ ਲੋਕ ਲੱਜਾ, ਇਹ ਸਾਨੂੰ ਆਪਣੇ ਘਰ ਨਹੀਂ ਜਾਣ ਦੇਗੀ ਸਹਿਜ ਦੇ ਵਿੱਚ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਬਈ ਜਿਵੇਂ ਹੁਣ ਜੀਵ ਡਾਕਟਰ ਪਾਸ ਜਾਵੇ, ਵੈਦ ਪਾਸ, ਉਹ ਦਵਾਈ ਦੇਵੇ ਅਤੇ ਉਹ ਦਵਾਈ ਦੇ ਨਾਲ ਰਹਿਤਾਂ ਦੱਸ ਵੀ ਆਹ ਨਾਲ ਤੁਸੀਂ ਪਰਹੇਜ਼ ਰੱਖਣੇ ਨੇ। ਜੇ ਹੁਣ ਅਸੀਂ ਦਵਾਈ ਵੀ ਲਈ ਚੱਲੀਏ ਅਤੇ ਪਰਹੇਜ਼ ਨਾ ਰੱਖੀਏ ਤਾਂ ਦਵਾਈ ਨੇ ਅਸਰ ਨਹੀਂ ਕਰਨਾ। ਜੇ ਅਸੀਂ ਪਰਹੇਜ਼ ਪੂਰਾ ਰੱਖੀਏ, ਦਵਾਈ ਚਾਹੇ ਥੋੜ੍ਹੀ ਵੀ ਖਾ ਲਈਏ ਅਤੇ ਤਾਂ ਵੀ ਦਵਾਈ ਨੇ ਅਸਰ ਕਰ ਜਾਣਾ। ਜੇ ਪਰਹੇਜ਼ ਨਹੀਂ ਰੱਖਦੇ, ਚਾਹੇ ਦਵਾਈ ਜ਼ਿਆਦਾ ਵੀ ਖਾਈ ਚੱਲੀਏ, ਉਹ ਤਾਂ ਵੀ ਦਵਾਈ ਨੇ ਅਸਰ ਹੀ ਨਹੀਂ ਕਰਨਾ, ਕਿਉਂਕਿ ਉਹ ਜਿਹੜੇ ਪਰਹੇਜ਼ ਦੱਸੇ ਉਹ ਪਰਹੇਜ਼ ਨਹੀਂ ਅਸੀਂ ਰੱਖਦੇ। ਭਾਈਓ ਸਾਨੂੰ ਭਾਈ ਗੁਰਦਾਸ ਜੀ ਕਹਿੰਦੇ ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ, ਕੈਸੇ ਮੇਟੇ ਰੋਗ ਸੁਖ ਸਹਿਜ ਸਮਾਈਏ। ਬਈ ਜੀਵ ਵੈਦ ਕੋਲ ਜਾਂਦਾ ਹੈ, ਵੈਦ ਦਾਰੂ ਦਿੰਦਾ ਅਤੇ ਉਹ ਸੰਜਮ ਦੱਸਦਾ ਵੀ ਆਹ ਰਹਿਤਾਂ ਰੱਖਣੀ। ਜੇ ਹੁਣ ਜੀਵ ਸੰਜਮ ਰੱਖੀ ਨਾ ਅਤੇ ਉਹ ਕਹਿੰਦੇ ਰੋਗ ਕਿਵੇਂ ਮਿਟੇ ਅਤੇ ਕਿਵੇਂ ਉਹ ਸਹਿਜ ਵਿੱਚ ਜਾਵੇ, ਕਿਵੇਂ ਉਹਨੂੰ ਸੁੱਖ ਮਿਲੇ। ਔਰ ਜੋ ਸਾਡੇ ਮਨ ਦਾ ਖੇਲ ਹੈ, ਸਾਰਾ ਮਨ ਦੀ ਕਹਾਣੀ। ਸਾਡੇ ਮਨ ਨੂੰ ਸੁੱਖ ਤਾਂ ਮਿਲਣਾ, ਇਹਨੇ ਸਹਿਜ ਵਿੱਚ ਤਾਂ ਜਾਣਾ ਜੇ ਸਿਮਰਨ ਕਰੇਗਾ ਅਤੇ ਸਿਮਰਨ ਦੇ ਨਾਲ ਜੋ ਮਹਾਰਾਜ ਰਹਿਤਾਂ ਦੱਸਦੇ ਉਹ ਰਹਿਤਾਂ ਰੱਖੇਗਾ, ਇਹ ਸਹਿਜ ਵਿੱਚ ਚਲਾ ਜਾਏਗਾ। ਜਦੋਂ ਇਹ ਸਹਿਜ ਵਿੱਚ ਚਲਾ ਗਿਆ ਤਾਂ ਰੋਗ ਖਤਮ ਹੋ ਗਏ, ਇਹ ਰੋਗ ਰਹਿਤ ਹੋ ਗਿਆ। ਫਿਰ ਇਹਦੇ ਉੱਤੇ ਮਾਇਆ ਦਾ ਅਸਰ ਨਹੀਂ। ਆਈਆਂ ਮਾਰੇ ਫਰਮਾਉਂਦੇ ਮੇਰੇ ਰਾਮ ਹਰ ਜਨ ਅਰੋਗ ਭਾਈ, ਵੀ ਜਿਹੜੇ ਹਰੀ ਦੇ ਜਨ ਉਹ ਰੋਗ ਰਹਿਤ ਹੋ ਗਏ, ਉਹ ਅਰੋਗ ਹੋ ਗਏ। ਉਹਨਾਂ ਦਾ ਜਿਹੜਾ ਮਨ ਸੀ ਉਹ ਮਨ ਰੋਗ ਰਹਿਤ ਹੋ ਗਏ। ਅਤੇ ਨਹੀਂ ਤਾਂ ਸੰਸਾਰ ਦੇ ਵਿੱਚ ਜੀਵਾਂ ਦੇ ਜਿਹੜੇ ਮਨ ਨੇ ਉਹ ਮਨ ਰੋਗੀ ਹੋਏ ਹੋਏ ਨੇ। ਆਈਆਂ ਮਾਰੇ ਕਹਿੰਦੇ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਈ ਸਤਿਗੁਰੂ ਰੋਗ ਤੋਂ ਰਹਿਤ, ਬਾਕੀ ਜਿਹੜੇ ਮਨ ਸੀ ਇਹ ਸਾਰੇ ਮਨ ਹੀ ਰੋਗੀ ਹੋਏ ਪਏ ਨੇ। ਹੁਣ ਮਨਾਂ ਨੂੰ ਰੋਗ ਕੀ ਨੇ? ਇਹ ਸਾਰੇ ਰੋਗ ਨੇ ਜਿਹੜਾ ਨਿੰਦਿਆ, ਚੁਗਲੀ, ਵੈਰ, ਵਿਰੋਧ, ਈਰਖਾ, ਨਫ਼ਰਤ, ਸਹਿੰਸੇ, ਫਿਕਰ, ਚਿੰਤਾਵਾਂ,
ਇਹ ਸਭ ਸਾਡੇ ਮਨ ਨੂੰ ਰੋਗ ਲੱਗੇ ਹੋਏ ਨੇ। ਹੁਣ ਇਹਨਾਂ ਰੋਗਾਂ ਦਾ ਜਿਹੜਾ ਦਾਰੂ ਉਹ ਸੰਸਾਰ ਦੇ ਵਿੱਚ ਸੰਸਾਰੀ ਜਿਹੜੇ ਡਾਕਟਰ, ਸੰਸਾਰ ਦੇ ਵੈਦ, ਉਹ ਸਾਡੇ ਮਨ ਨੂੰ ਕੋਈ ਦਾਰੂ ਨਹੀਂ ਦੇ ਸਕਦੇ। ਉਹਨਾਂ ਦੇ ਕੋਲ ਇਹ ਤਨ ਦਾ ਤਾਂ ਇਲਾਜ ਹੈਗਾ, ਸਰੀਰ ਦਾ, ਪਰ ਉਹਨਾਂ ਕੋਲ ਮਨ ਦਾ ਕੋਈ ਇਲਾਜ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਮਨ ਵਾਸਤੇ ਜੋ ਦਾਰੂ ਹੈ ਉਹ ਨਾਮ ਹੈ। ਸਾਰਿਆਂ ਰੋਗਾਂ ਦਾ ਦਾਰੂ ਇੱਕੋ ਹੀ ਹੈ, ਨਾਮ। ਸਤਿਗੁਰੂ ਫਰਮਾਉਂਦੇ ਸਰਬ ਰੋਗ ਕਾ ਔਖਦ ਨਾਮ, ਵੀ ਔਖਦ ਜਿਹੜਾ ਦਾਰੂ ਉਹ ਨਾਮ ਹੈ। ਹੁਣ ਉਹ ਦਾਰੂ ਕਿੱਥੇ ਹੈ? ਉਹ ਦਾਰੂ ਸਹਿਜ ਘਰ ਦੇ ਵਿੱਚ। ਜੇ ਅਸੀਂ ਸਹਿਜ ਘਰ ਜਾਵਾਂਗੇ ਆਪਣੇ ਘਰ ਤੇ ਸਾਨੂੰ ਦਾਰੂ ਮਿਲੇਗਾ। ਜੇ ਹੁਣ ਅਸੀਂ ਸਹਿਜ ਵਿੱਚ ਨਹੀਂ ਜਾਂਦੇ ਤੇ ਸਾਨੂੰ ਉਹ ਦਾਰੂ ਨਹੀਂ ਮਿਲਦੀ, ਕਿਉਂਕਿ ਉਹ ਦਾਰੂ ਦੇਣ ਵਾਸਤੇ ਜੋ ਵੈਦ ਨੇ ਉਹ ਸਹਿਜ ਘਰ ਦੇ ਵਿੱਚ ਬੈਠੇ ਆਪਣੇ ਅੰਦਰ ਹੀ। ਮਹਾਰਾਜ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਬਈ ਉਹ ਵੈਦ ਜਿਹੜੇ ਉਹ ਸਹਿਜ ਘਰ ਦੇ ਵਿੱਚ ਨੇ। ਜੇ ਅਸੀਂ ਸਹਿਜ ਵਿੱਚ ਜਾਵਾਂਗੇ ਤੇ ਉਹ ਸਾਨੂੰ ਦਾਰੂ ਦੇਣਗੇ। ਜੇ ਹੁਣ ਅਸੀਂ ਸਹਿਜ ਵਿੱਚ ਜਾਵਾਂਗੇ ਨਹੀਂ, ਜਿਵੇਂ ਹੁਣ ਡਾਕਟਰਾਂ ਪਾਸ ਆਪਾਂ ਜਾਵਾਂਗੇ ਤੇ ਫੇਰ ਹੀ ਉਹ ਸਾਨੂੰ ਦਾਰੂ ਦੇਵੇਗਾ। ਜੇ ਹੁਣ ਅਸੀਂ ਉਹਨਾਂ ਕੋਲ ਜਾਈਏ ਨਾ ਤੇ ਸਾਨੂੰ ਕਿਵੇਂ ਦਾਰੂ ਦੇਵੇ? ਦਾਰੂ ਲੈਣ ਵਾਸਤੇ ਸਾਨੂੰ ਉਹਨਾਂ ਪਾਸ ਜਾਣਾ ਪੈਂਦਾ। ਇਸੇ ਤਰ੍ਹਾਂ ਹੀ ਹੁਣ ਸਾਡੇ ਮਨ ਵਾਸਤੇ ਜੋ ਦਾਰੂ ਹੈ ਨਾਮ, ਉਹ ਨਾਮ ਦਾਰੂ ਲੈਣ ਵਾਸਤੇ ਸਾਨੂੰ ਸਹਿਜ ਗੁਫਾ ਦੇ ਵਿੱਚ, ਸਹਿਜ ਘਰ ਦੇ ਵਿੱਚ ਉਹ ਵੈਦ ਬੈਠੇ, ਸਾਨੂੰ ਉੱਥੇ ਜਾਣਾ ਪਏਗਾ। ਜੇ ਅਸੀਂ ਜਾਵਾਂਗੇ ਤੇ ਸਾਨੂੰ ਗਿਆ ਨੂੰ ਉਹ ਦਾਰੂ ਦੇਣਗੇ, ਜਿਹਦੇ ਨਾਲ ਸਾਡੇ ਸਾਰੇ ਰੋਗ ਕੱਟੇ ਜਾਣੇ, ਸਾਡੇ ਰੋਗ ਖਤਮ ਹੋ ਜਾਣ। ਜੇ ਹੁਣ ਅਸੀਂ ਜਾਂਦੇ ਹੀ ਨਹੀਂ ਸਹਿਜ ਘਰ 'ਚ, ਤਾਂਹੀਓ ਸਾਨੂੰ ਉਹ ਦਾਰੂ ਮਿਲਦਾ ਨਹੀਂ, ਤੇ ਤਾਂਹੀਓ ਸਾਡੇ ਰੋਗ ਨਹੀਂ ਖਤਮ ਹੁੰਦੇ, ਤਾਂਹੀਓ ਅਸੀਂ ਦੁਖੀ ਹਾਂ। ਤਾਂਹੀਓ ਸਾਡੇ ਮਨ ਨੂੰ ਇਹ ਚਿੰਤਾਵਾਂ, ਇਹ ਫਿਕਰ, ਇਹ ਸੈਂਸੇ, ਇਹ ਸਾਰੇ ਦੁੱਖ ਚੁੰਬੜੇ ਹੋਏ ਨੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਹਿਜ ਵਿੱਚ। ਇਹ ਸਹਿਜ ਵਿੱਚ ਜਾਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ। ਜਦ ਤੱਕ ਅਸੀਂ ਆਪਦੀ ਮੱਤ ਦੁਆਰਾ ਚੱਲਾਂਗੇ ਉਹਨਾਂ ਸਮਾਂ ਅਸੀਂ ਸਹਿਜ ਵਿੱਚ ਨਹੀਂ ਜਾ ਸਕਦੇ ਆਪਦੇ ਘਰ ਵਿੱਚ। ਵਾਈਆਂ ਮਾਰੇ ਫਰਮਾਉਂਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਏ। ਬਈ ਜਦੋਂ ਅਸੀਂ ਆਪਦੀ ਮੱਤ ਦੁਆਰਾ ਕਰਮ ਕਰਦੇ ਹਾਂ, ਸਾਡਾ ਮਨ ਇਹ ਵਿਚਾਰਾਂ 'ਚ ਫੁਰਨਿਆਂ 'ਚ ਚੱਲਦਾ, ਇਹ ਦੁਗਧਾ 'ਚ ਜਾਂਦਾ, ਇਹ ਨਿੰਦਿਆ ਚੁਗਲੀ ਵਿੱਚ ਜਾਂਦਾ, ਉਦੋਂ ਫਿਰ ਮਹਾਰਾਜ ਕਹਿੰਦੇ ਇਹ ਕਰਮ ਦੇ ਵਿੱਚ ਸਹਿਜ ਨਹੀਂ। ਕਰਮੀ ਸਹਿਜ ਨਾ ਉਪਜੀ, ਇਹ ਕਰਮ ਮੰਨਦੇ। ਬਈ ਜੇ ਹੁਣ ਅਸੀਂ ਕਿਸੇ ਦੀ ਨਿੰਦਿਆ ਕਰਾਂਗੇ ਤੇ ਆਖੀ ਸਹਿਜ ਵਿੱਚ ਚਲੇ ਜਾਈਏ, ਕਿਸੇ ਦੀ ਨਿੰਦਿਆ ਸੁਣਾਂਗੇ ਤੇ ਆਖੀ ਸਹਿਜ ਵਿੱਚ ਚਲੀ ਜਾਈਏ, ਉਹ ਜਾ ਹੀ ਨਹੀਂ ਸਕਦੇ। ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਰੱਖੀਏ, ਅਸੀਂ ਕਿਸੇ ਨਾਲ ਈਰਖਾ ਕਰੀਏ, ਨਫ਼ਰਤ ਕਰੀਏ, ਤੇ ਇਹ ਕਰਮ ਸਾਨੂੰ ਸਹਿਜ ਵਿੱਚ ਜਾਣ ਹੀ ਨਹੀਂ ਦੇਗਾ। ਜੇ ਅਸੀਂ ਆਖੀਏ ਵੈਰ ਵਿਰੋਧ ਵੀ ਕਰੀ ਚੱਲੀਏ ਤੇ ਅਸੀਂ ਸਹਿਜ ਵਿੱਚ ਜਾ ਵੜਾਂਗੇ। ਮਹਾਰਾਜ ਕਹਿੰਦੇ ਜਾ ਹੀ ਨਹੀਂ ਸਕਦੇ। ਸੋ ਇਸ ਵਾਸਤੇ ਫਿਰ ਇਹਨੂੰ ਕਹਿੰਦੇ ਕਰਮੀ ਸਹਿਜ ਨਾ ਉਪਜੈ। ਬਈ ਆਹ ਕਰਮਾਂ ਦੇ ਵਿੱਚ ਸਹਿਜ ਨਹੀਂ ਹੈ, ਜੀਵ ਦੇ ਅੰਦਰ ਸਹਿਜ ਨਹੀਂ ਆਉਂਦਾ। ਔਰ ਆਪਾਂ ਦੇਖਣਾ ਵੀ ਜੇ ਸਾਡੇ ਅੰਦਰ ਸਹਿਜ ਨਹੀਂ ਆਉਂਦਾ, ਸਾਡੇ ਅੰਦਰ ਕਮੀ ਕੀ ਹੈ? ਅਸੀਂ ਕਿਉਂ ਨਹੀਂ ਸਹਿਜ ਵਿੱਚ ਜਾ ਰਹੇ? ਕਿਉਂ ਸਾਡੇ ਮਨ ਨੂੰ ਜਿਹੜਾ ਇਹ ਭਟਕਣਾ ਲੱਗੀ ਹੋਈ? ਕਾਹਤੋਂ ਇਹ ਸਾਡਾ ਮਨ ਭੱਜਿਆ ਫਿਰਤ? ਉਹ ਫਿਰ ਜਦੋਂ ਅਸੀਂ ਸਤ ਸੰਗਤ ਕਰਦੇ, ਸਿਮਰਨ ਕਰਦੇ, ਫਿਰ ਅਸੀਂ ਵਿਚਾਰਦੇ ਹਾਂ ਆਪਣਾ ਆਪਾ। ਜਦੋਂ ਅਸੀਂ ਆਪਣਾ ਆਪਾ ਵਿਚਾਰਾਂਗੇ ਤੇ ਸਾਨੂੰ ਪਤਾ ਲੱਗ ਜਾਣਾ ਵੀ ਸਾਡੇ ਅੰਦਰ ਕਮੀ ਕਿੱਥੇ।
ਬਈ ਕਿਹੜੀ ਚੀਜ਼, ਕਿਹੜਾ ਐਸਾ ਕਰਮ ਜਿਹੜਾ ਸਾਨੂੰ ਸਹਿਜ ਵਿੱਚ ਜਾਣ ਨਹੀਂ ਦਿੰਦਾ ਆਪਣੇ ਘਰ। ਫਿਰ ਉਹ ਜਦੋਂ ਅਸੀਂ ਸਹਿਜ 'ਚ ਵਿਚਾਰਾਂਗੇ ਆਪਣਾ ਆਪਾਂ, ਤੇ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਜਾਂ ਕਿਸੇ ਦੀ ਨਿੰਦਿਆ ਸੁਣਦੇ ਹਾਂ, ਵੀ ਇਹ ਕਰਮ ਸਾਨੂੰ ਸਹਿਜ 'ਚ ਨਹੀਂ ਜਾਣ ਦੇ ਰਿਹਾ। ਇਸ ਕਰਕੇ ਫਿਰ ਅਸੀਂ ਉਹ ਕਰਮ ਛੱਡ ਦੇਣਾ ਜਿਹੜੇ ਕੰਮ ਨੇ ਸਾਨੂੰ ਆਪਦੇ ਘਰ ਹੀ ਨਹੀਂ ਜਾਣ ਦੇਣਾ, ਜਿਹੜੇ ਕਰਮ ਨੇ ਵਿੱਚ ਰੁਕਾਵਟ ਹੀ ਬਣ ਜਾਣਾ ਸਾਡੇ ਤੇ ਮਾਲਕ ਦੇ ਵਿੱਚ, ਜਿਹਨੇ ਸਾਡੇ ਮਨ ਨੂੰ ਸੁਖੀ ਨਹੀਂ ਹੋਣ ਦੇਣਾ, ਸਾਡੇ ਮਨ ਦੀ ਤ੍ਰਿਪਤੀ ਨਹੀਂ ਹੋਣ ਦੇਣੀ। ਆਪਾਂ ਉਹ ਕਰਮ ਕਰਕੇ ਕਰਨਾ ਕੀ? ਆਪਾਂ ਉਹਨੂੰ ਛੱਡਣਾ, ਆਪਾਂ ਜ਼ਰੂਰੀ ਸਜ਼ਾ ਲੈਣੀ। ਨਾਲੇ ਤਾਂ ਅਸੀਂ ਉਹ ਕਰਮ ਕਰਦੇ ਹਾਂ, ਨਾਲੇ ਅਸੀਂ ਦੁੱਖ ਭੋਗਦੇ ਹਾਂ, ਨਾਲੇ ਅਸੀਂ ਦੁਖੀ ਹੁੰਦੇ ਹਾਂ, ਅਸੀਂ ਭੜਕਦੇ ਹਾਂ ਦੁੱਖ ਦੇ ਵਿੱਚ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਕਰਮ ਹੀ ਛੱਡੋ, ਜਿਹੜਾ ਕਰਮ ਤੁਹਾਨੂੰ ਦੁਖੀ ਕਰ ਰਿਹਾ ਤੁਸੀਂ ਉਹ ਨਾ ਕਰੋ। ਫਿਰ ਆਪਾਂ ਜਦੋਂ ਵਿਚਾਰਦੇ ਹਾਂ ਵੀ ਜੇ ਤਾਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਜਾਂ ਨਿੰਦਿਆ ਸੁਣਦੇ, ਫਿਰ ਆਪਾਂ ਉਹਨੂੰ ਛੱਡ ਦੇਣਾ। ਜਦੋਂ ਅਸੀਂ ਉਹਨੂੰ ਛੱਡ ਦਾਂਗੇ ਤਾਂ ਸਾਡਾ ਮਨ ਸਹਿਜ ਵਿੱਚ ਜਾਏਗਾ ਹੀ ਜਾਏਗਾ। ਇਹ ਹੋ ਹੀ ਨਹੀਂ ਸਕਦਾ ਵੀ ਅਸੀਂ ਸਹਿਜ ਵਿੱਚ ਜਾਈਏ। ਜਾਂ ਫਿਰ ਅਸੀਂ ਦੇਖਣਾ ਵੀ ਕੋਈ ਹੋਰ ਕਮੀ ਸਾਡੇ ਅੰਦਰ, ਕਿਸੇ ਨਾਲ ਸਾਡਾ ਵਿਚਾਰਾਂ ਦਾ ਟਕਰਾਅ ਹੈ, ਵੀ ਸਾਡੇ ਵਿਚਾਰ ਨਹੀਂ ਮਿਲਦੇ ਉਹਦੇ ਨਾਲ, ਤੇ ਉਹਦੇ ਵਰਤਾਏ ਸਾਡੇ ਅੰਦਰ ਦੁਬਦਾ ਹੈ, ਸਾਡੇ ਅੰਦਰ ਉਹ ਵੈਰ ਵਿਰੋਧ ਹੈ ਉਹਦੇ ਨਾਲ। ਅਤੇ ਉਹ ਜਿਹੜਾ ਸਾਡੇ ਅੰਦਰ ਵੈਰ ਵਿਰੋਧ ਦੁਬਦਾ, ਉਹ ਕਰਮ ਸਾਨੂੰ ਸਹਿਜ 'ਚ ਨਹੀਂ ਜਾਣ ਦੇ ਰਹੇ, ਸਾਡੇ ਘਰ ਦੇ ਵਿੱਚ ਨਹੀਂ ਜਾਣ ਦੇ ਰਹੇ। ਇਹਦਾ ਆਪਾਂ ਉਹ ਕਰਮ ਛੱਡ ਦੇਣਾ ਵੀ ਅਸੀਂ ਕਾਹਦੇ ਲਈ ਕਿਸੇ ਨਾਲ ਵੈਰ ਵਿਰੋਧ ਕਰਨਾ, ਈਰਖਾ ਕਰਨੀ, ਨਫ਼ਰਤ ਕਰਨੀ, ਵੀ ਜਿਹੜੀ ਕਰਕੇ ਅਸੀਂ ਦੁਖੀ ਵੀ ਹੋ ਰਹੇ ਹਾਂ ਅਤੇ ਅਸੀਂ ਆਪਦੇ ਘਰ ਨਹੀਂ ਜਾ ਰਹੇ। ਸੋ ਜਾਣੀ ਦੀ ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਣਾ ਆਪਾ ਵਿਚਾਰੋ, ਵੀ ਅਸਲ ਪਾਰਖੂ ਉਹਨੂੰ ਕਹਿੰਦੇ ਜਿਹੜਾ ਇਹ ਫਿਰ ਆਪਣੇ ਆਪੇ ਦੀ ਪਰਖ ਕਰਤ। ਮਾਰੇ ਕਹਿੰਦੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਬਈ ਅਸੀਂ ਕਿਸੇ ਦੇ ਹੋਰ ਔਗਣ ਦੇਖ ਕੇ ਕਿਸੇ ਦੀ ਹੋਰ ਨਹੀਂ ਪਰਖ ਕਰਨੀ, ਅਸੀਂ ਆਪਣੇ ਆਪੇ ਦੀ ਪਰਖ ਕਰਨੀ ਵੀ ਸਾਡੇ ਅੰਦਰ ਕਿੱਥੇ ਕਮੀ, ਐਸਾ ਕਿਹੜਾ ਕਰਮ ਹੈ ਵੀ ਜਿਹੜਾ ਸਾਨੂੰ ਆਪਣੇ ਘਰ ਹੀ ਨਹੀਂ ਜਾਣ ਦੇ ਰਿਹਾ। ਅਤੇ ਉਹ ਕਰਮ ਫਿਰ ਜਦੋਂ ਅਸੀਂ ਆਪਣਾ ਆਪਾ ਵਿਚਾਰਾਂਗੇ, ਪਰਖ ਕਰਾਂਗੇ ਆਪਣੇ ਆਪੇ ਦੀ, ਸਾਨੂੰ ਪਤਾ ਲੱਗ ਜਾਏ। ਕਿਉਂਕਿ ਆਪਾਂ ਨੂੰ ਆਪਣੇ ਤੋਂ ਵੱਧ ਤਾਂ ਕੋਈ ਹੋਰ ਜਾਣ ਨਹੀਂ ਸਕਦਾ। ਸਾਨੂੰ ਆਪਦਾ ਆਪਣਾ ਤਾਂ ਆਪਾਂ ਪਤਾ ਹੀ ਹੁੰਦਾ ਨਾ ਵੀ ਸਾਡੇ ਅੰਦਰ ਕੀ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਔਗਣ ਦੇਖਣੇ ਤਾਂ ਆਪਦੇ ਗਿਰੇਬਾਨ ਦੇ ਵਿੱਚ ਦੇਖੋ, ਝਾਤੀ ਮਾਰ ਕੇ। ਰੀਦਾ ਜੇ ਤੂੰ ਅਕਲ ਲਤੀਫ ਕਾਲੀ ਲਿਖ ਨਾ ਲੇਖ, ਆਪਣੇ ਗਿਰੇਬਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਅਸੀਂ ਆਪਦੇ ਗਿਰੇਬਾਨ 'ਚ ਦੇਖਾਂਗੇ ਝਾਤੀ ਮਾਰ ਕੇ, ਸਾਨੂੰ ਆਪਣਾ ਆਪਾ ਨਜ਼ਰ ਆਏਗਾ, ਸਾਨੂੰ ਆਪਦੇ ਅੰਦਰ ਕਮੀਆਂ ਦਿਸਣਗੀਆਂ, ਸਾਨੂੰ ਆਪਦੇ ਕਰਮ ਦਿਸਣਗੇ ਬਈ ਜਿਹੜੇ ਕਰਮਾਂ ਕਰਕੇ ਅਸੀਂ ਮਾਲਕ ਤੋਂ ਦੂਰ ਹਾਂ, ਅਸੀਂ ਆਪਦੇ ਘਰ ਤੋਂ ਦੂਰ ਹਾਂ। ਜੇ ਅਸੀਂ ਬਾਹਰ ਮੁਖੀ ਹਾਂ ਫਿਰ ਅਸੀਂ ਦੂਸਰਿਆਂ ਦੇ ਔਗਣ ਦੇਖਾਂਗੇ, ਉਹਨਾਂ ਦੇ ਔਗਣ ਦੇਖ ਕੇ ਉਹਨਾਂ ਦੀ ਨਿੰਦਿਆ ਕਰਾਂਗੇ। ਜਦੋਂ ਅਸੀਂ ਉਹਨਾਂ ਦੀ ਨਿੰਦਿਆ ਕਰਾਂਗੇ ਅਸੀਂ ਉਹਨਾਂ ਦੀ ਮੈਲ ਧੋ ਦਾਂਗੇ ਨਿੰਦਿਆ ਕਰ ਕਰਕੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਜਿਹੜੀ ਨਿੰਦਾ ਉਹ ਕਿਸੇ ਦੀ ਵੀ ਭਲੀ ਨਹੀਂ ਹੈ, ਸਭ ਦੀ ਮਾੜੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਨ ਨਰਕੇ ਘੋਰ ਭਵਨ। ਬਈ ਜਿਹੜੇ ਜੀਵ ਕਿਸੇ ਦੀ ਨਿੰਦਿਆ ਕਰਦੇ ਉਹਨਾਂ ਦੇ ਮੁਖ ਕਾਲੇ ਹੁੰਦੇ, ਉਹਨਾਂ ਨੂੰ ਫਿਰ ਸਜ਼ਾ ਦੇ ਕੇ ਨਰਕਾਂ ਸੁੱਟਿਆ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਕਿਸੇ ਦੀ ਨਿੰਦਿਆ ਨਾ ਕਰੋ, ਕਿਉਂਕਿ ਨਿੰਦਾ ਕਿਸੇ ਦੀ ਭਲੀ ਨਹੀਂ ਹੈ, ਸਭ ਦੀ ਮਾੜੀ ਹੈ। ਸੋ ਇਹੋ ਫਿਰ ਆਪਾਂ ਨੂੰ ਸਤਿਗੁਰੂ ਸਾਡੇ ਜੀਵਨ ਦੀ ਜਾਚ ਸਿਖਾਉਂਦੇ। ਜਦੋਂ ਹੁਣ ਆਪਾਂ ਇਹ ਸਿਮਰਨ ਕਰਾਂਗੇ, ਨਾਲ ਨਾਲ ਇਹ ਰੀਤਾਂ ਰੱਖਾਂਗੇ, ਫਿਰ ਸਾਡੇ ਮਨ ਦੇ ਵਿੱਚ ਸਹਿਜ ਆਏਗਾ, ਫਿਰ ਅਸੀਂ ਆਪਣੇ ਘਰ ਜਾਵਾਂਗੇ। ਇਹ ਜੇ ਹੁਣ ਅਸੀਂ ਇਹ ਰੀਤਾਂ ਨਹੀਂ ਰੱਖਦੇ
ਆਈਓ ਫਿਰ ਮਹਾਰਾਜ ਦੱਸਦੇ ਵੀ ਜੀਵ ਗੁਰਬਾਣੀ ਵੀ ਪੜ੍ਹਦੇ, ਗੁਰੂ ਘਰ ਵੀ ਆਉਂਦੇ, ਸੇਵਾ ਵੀ ਬਹੁਤ ਕਰਦੇ, ਪਰ ਉਹਨਾਂ ਦੇ ਅੰਦਰ ਜੇ ਸਹਿਜ ਹੀ ਨਹੀਂ ਆਏ, ਆਪਣੇ ਘਰ ਹੀ ਨਹੀਂ ਗਏ, ਤੇ ਫਿਰ ਮਹਾਰਾਜ ਕਹਿੰਦੇ ਫਿਰ ਤੁਸੀਂ ਇਹ ਕੀ ਪੜ੍ਹਦੇ ਹੋ, ਕੀ ਸੁਣਦੇ ਹੋ, ਕੀ ਗਾਉਂਦੇ ਹੋ। ਸਤਿਗੁਰੂ ਕਹਿੰਦੇ ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਅੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਬਈ ਇਕੱਲਾ ਪੜ੍ਹਨ ਦੇ ਨਾਲ ਜਾਂ ਸੁਣਨ ਦੇ ਨਾਲ ਜਾਂ ਗਾਉਣ ਦੇ ਨਾਲ ਕੁਝ ਨਹੀਂ ਹੁੰਦਾ ਜੇ ਤੁਸੀਂ ਆਪਦੇ ਘਰ ਨਹੀਂ ਗਏ। ਹੁਣ ਇਉਂ ਤਾਂ ਕਿੰਨੇ ਜੀਵ ਨੇ ਜਿਹੜੇ ਪੜ੍ਹਦੇ ਨੇ, ਇੰਨੇ ਨੇ ਜਿਹੜੇ ਗਾਉਂਦੇ ਨੇ, ਪਰ ਮਹਾਰਾਜ ਕਹਿੰਦੇ ਫਿਰ ਕੀ ਪੜ੍ਹੀਏ ਅਤੇ ਕੀ ਗਾਈਏ, ਕੀ ਸੁਣੀਏ ਜੇ ਤੁਸੀਂ ਆਪਦੇ ਘਰ ਨਹੀਂ ਗਏ ਸਹਿਜ ਦੇ ਵਿੱਚ। ਸੋ ਇਸ ਵਾਸਤੇ ਸਾਰਾ ਕੁਛ ਜਿਹੜਾ ਆਪਾਂ ਕਰਦੇ ਹਾਂ ਇਸੇ ਕਰਕੇ ਕਰਦੇ ਵੀ ਸਾਡੇ ਅੰਦਰ ਸਹਿਜ ਆਵੇ, ਸਾਡਾ ਮਨ ਘਰ ਜਾਵੇ। ਹੋਰ ਗੁਰਬਾਣੀ ਨੂੰ ਕਾਹਦੇ ਵਾਸਤੇ ਪੜ੍ਹਦੇ ਜਾਂਦਾ, ਔਰ ਇਹ ਸੇਵਾ ਅਸੀਂ ਕਾਹਦੇ ਵਾਸਤੇ ਕਰਨੀ ਹੈ, ਕਾਹਦੇ ਵਾਸਤੇ ਆਪਾਂ ਦਿਨ ਰਾਤ ਇਹ ਆਵਾਜ਼ਾਂ ਮਾਰਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇਸੇ ਵਾਸਤੇ ਹੀ ਕਰ ਰਹੇ ਹਾਂ ਵੀ ਸਾਡੇ ਅੰਦਰ ਸਹਿਜ ਆ ਜੀ, ਸਾਡਾ ਮਨ ਘਰ ਚਲਾ ਜਾਵੇ ਆਪ, ਜਿਹਦੇ ਨਾਲੋਂ ਅਸੀਂ ਵਿਛੜੇ ਮਾਲਕ ਨਾਲੋਂ ਅਸੀਂ ਉਹਦੇ ਨਾਲ ਦੁਬਾਰਾ ਮਿਲ ਜੀ। ਸੋ ਜੇ ਹੁਣ ਅਸੀਂ ਆਪਦੇ ਘਰ ਗਏ ਹੀ ਨਹੀਂ, ਸਹਿਜ ਵਿੱਚ ਗਏ ਹੀ ਨਹੀਂ, ਅਤੇ ਤਾਂਹੀਓ ਮਹਾਰਾਜ ਕਹਿੰਦੇ ਫਿਰ ਤੁਹਾਡੇ ਅੰਦਰ ਦਾ ਕੋਈ ਬਦਲਾਅ ਆਇਆ ਹੀ ਨਹੀਂ, ਵੀ ਫਿਰ ਤੁਸੀਂ ਕੀ ਪੜ੍ਹਿਆ ਅਤੇ ਕੀ ਤੁਸੀਂ ਸੁਣਿਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਕਹਿੰਦੇ ਬਈ ਇਹ ਬਦਲਾਅ ਜੀਵ ਦੇ ਅੰਦਰ ਤਾਂ ਨਹੀਂ ਆਉਂਦਾ ਜਦੋਂ ਅਮਲ ਨਹੀਂ ਕਰਦੇ। ਜਿਵੇਂ ਗੁਰਬਾਣੀ ਗੁਰੂ ਨੂੰ ਪੜ੍ਹ ਲਿਆ ਅਤੇ ਪੜ੍ਹ ਕੇ ਉਹਦੇ 'ਤੇ ਅਮਲ ਨਹੀਂ ਕੀਤਾ, ਜੋ ਸਾਨੂੰ ਕਹਿ ਰਹੇ ਸੀ ਕਰਨ ਨੂੰ ਉਹ ਅਸੀਂ ਕੀਤਾ ਨਹੀਂ। ਜਿਵੇਂ ਸਾਨੂੰ ਕਹਿੰਦੇ ਵੀ ਸਿਮਰਨ ਕਰੋ, ਅਸੀਂ ਸਿਮਰਨ ਕੀਤਾ ਨਹੀਂ। ਜੋ ਸਾਨੂੰ ਰਹਿਤਾਂ ਦੱਸਦੇ ਵੀ ਆ ਰਹਿਤਾਂ ਰੱਖੋ, ਅਸੀਂ ਰਹਿਤਾਂ ਨਹੀਂ ਰੱਖੀਆਂ, ਅਤੇ ਫਿਰ ਆ ਗਈ ਵੀ ਸਾਡੇ ਅੰਦਰ ਨਹੀਂ ਬਦਲਿਆ, ਅਤੇ ਮਹਾਰਾਜ ਕਹਿੰਦੇ ਬਦਲਣਾ ਹੀ ਨਹੀਂ। ਇਸੇ ਵਾਸਤੇ ਜੀ ਫਿਰ ਬਾਬਾ ਕਬੀਰ ਜੀ ਕਹਿੰਦੇ ਵੀ ਸੱਚੇ ਸਤਿਗੁਰੂ ਨੂੰ ਕੋਈ ਦੋਸ਼ ਨਹੀਂ, ਬਈ ਸੱਚਾ ਸਤਿਗੁਰੂ ਵੀ ਕੀ ਕਰੇ ਜੇ ਹੁਣ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ। ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮਾਹੇ ਚੂਕ, ਆਂਦੇ ਏਕ ਨਾ ਲੱਗੇ ਜਿਉਂ ਬਾਂਸ ਵਜਾਈਏ ਫੂਕ। ਮਹਾਰਾਜ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ ਜੇ ਹੁਣ ਸਿੱਖ ਕਹਿਣਾ ਹੀ ਨਹੀਂ ਮੰਨਦਾ। ਮਹਾਰਾਜ ਜਿਹੜੀਆਂ ਚੀਜ਼ਾਂ ਸਾਨੂੰ ਕਹਿ ਰਹੇ ਵੀ ਤੁਸੀਂ ਇਹ ਛੱਡੋ, ਵੈਰ ਵਿਰੋਧ ਛੱਡੋ, ਜੇ ਅਸੀਂ ਹੁਣ ਛੱਡਦੇ ਹੀ ਨਹੀਂ, ਅਤੇ ਫਿਰ ਕਹਿੰਦੇ ਵੀ ਜਿਵੇਂ ਅੰਦਰੋਂ ਬਾਂਸ ਖਾਲੀ ਦਾ ਖਾਲੀ, ਵੀ ਇੱਕ ਪਾਸੇ ਫੂਕ ਮਾਰੀ ਦੂਜੇ ਪਾਸੇ ਨਿਕਲ ਗਈ। ਇਸੇ ਤਰ੍ਹਾਂ ਹੀ ਵੀ ਅਸੀਂ ਇੱਕ ਪਾਸੇ ਸੁਣਿਆ ਦੂਜੇ ਪਾਸੇ ਕੱਢ ਦਿੱਤਾ, ਉਹਦੇ 'ਤੇ ਅਮਲ ਨਹੀਂ ਕੀਤਾ, ਉਹਨੂੰ ਆਪਣੇ ਅੰਦਰ ਵਸਾਇਆ ਨਹੀਂ ਹਿਰਦੇ ਵਿੱਚ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਅਸੀਂ ਇਹਦੇ 'ਤੇ ਅਮਲ ਕਰਨਾ, ਅਸੀਂ ਇਹਨੂੰ ਆਪਣੇ ਹਿਰਦੇ 'ਚ ਵਸਾਉਣਾ, ਬਚਨ ਨੂੰ, ਇਹਨੂੰ ਮੰਨਣਾ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਵੀ ਮੈਨੂੰ ਜੋ ਪੂਰੇ ਗੁਰੂ ਨੇ ਬਚਨ ਆਖੇ, ਗੁਰੂ ਰਾਮਦਾਸ ਜੀ ਨੇ, ਵੀ ਉਹਨਾਂ ਬਚਨਾਂ ਨੂੰ ਮੈਂ ਘੁੱਟ ਕੇ ਆਪਣੇ ਪੱਲੇ ਨਾਲ ਬੰਨ੍ਹ ਲਿਆ। ਪੱਲੇ ਨਾਲ ਕੀ ਵੀ ਆਪਣੇ ਮਨ 'ਚ ਵਸਾ ਲਿਆ, ਹਿਰਦੇ ਵਿੱਚ। ਮਹਾਰਾਜ ਫਰਮਾਉਂਦੇ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੀਕ ਗਾਠਰੀ ਵਾਧਾ, ਵੀ ਉਹ ਜੋ ਗੁਰੂ ਨੇ ਮੈਨੂੰ ਬਚਨ ਆਖੇ ਮੈਂ ਉਹਨੂੰ ਘੁੱਟ ਕੇ ਪੱਲੇ ਨਾਲ ਬੰਨ੍ਹ ਲਏ, ਵੀ ਉਹਨਾਂ ਬਚਨਾਂ ਨੂੰ ਕਮਾਇਆ, ਮਤਲਬ ਉਹਨਾਂ ਦੇ ਉੱਤੇ ਅਮਲ ਕੀਤਾ। ਜਦੋਂ ਅਸੀਂ ਗੁਰੂ ਦਾ ਬਚਨ ਕਮਾਵਾਂਗੇ, ਉਹਦੇ 'ਤੇ ਅਮਲ ਕਰਾਂਗੇ, ਅਤੇ ਹੋ ਹੀ ਨਹੀਂ ਸਕਦਾ ਵੀ ਸਾਡਾ ਅੰਦਰ ਨਾ ਬਦਲੇ, ਸਾਡਾ ਮਨ ਸ਼ੁੱਧ ਨਾ ਹੋਵੇ, ਸਾਡਾ ਮਨ ਧੋਤਾ ਨਾ ਜਾਵੇ। ਸਾਡਾ ਮਨ ਉਦੋਂ ਨਹੀਂ ਧੋਤਾ ਜਾਂਦਾ ਜਦੋਂ ਅਸੀਂ ਗੁਰੂ ਦਾ ਬਚਨ ਨਹੀਂ ਮੰਨਦੇ। ਆਈਆਂ ਮਹਾਰਾਜ ਕਹਿੰਦੇ ਵੀ ਜੇ ਅਸੀਂ ਬਚਨ ਕਮਾਈਏ ਸੰਤਾਂ ਦਾ, ਇਹ ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਜਾਂਦੇ, ਸੰਸਾਰ ਸਾਗਰ ਤੋਂ ਅਸੀਂ ਸਦਾ ਲਈ ਜੀਵਨ ਮੁਕਤ ਹੋ ਜਾਂਦੇ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ।
ਵੀ ਜੇ ਅਸੀਂ ਸੰਤਾਂ ਦਾ ਬਚਨ ਕਮਾਈਏ ਮੰਨੀਏ ਤਾਂ ਅਸੀਂ ਤਰਾਂਗੇ ਤਰਾਂਗੇ। ਹੁਣ ਸੰਤ ਜੋ ਸਾਨੂੰ ਬਚਨ ਕਰਦੇ ਉਹ ਸਾਡੇ ਭਲੇ ਵਾਸਤੇ ਹੀ ਕਰਦੇ, ਉਹਨਾਂ ਦਾ ਕਿਹੜਾ ਇਹਦੇ ਵਿੱਚ ਕੋਈ ਉਹਨਾਂ ਦਾ ਸਵਾਰਥ ਜਾਂ ਉਹਨਾਂ ਦਾ ਕੋਈ ਮਕਸਦ ਥੋੜ੍ਹੀ ਹੁੰਦਾ। ਜੇ ਉਹ ਸਾਨੂੰ ਕਹਿ ਰਹੇ ਵੀ ਬੈਰ ਵਿਰੋਧ ਛੱਡੋ ਤਾਂ ਉਹ ਸਾਡੇ ਭਲੇ ਵਾਸਤੇ ਹੀ ਕਹਿੰਦੇ, ਕਿਉਂਕਿ ਇਹਦੇ ਵਿੱਚ ਅਸੀਂ ਦੁਖੀ ਹੋ ਰਹੇ ਹਾਂ, ਸਾਡੇ ਮਨ ਨੂੰ ਸ਼ਾਂਤੀ ਹੈ। ਜੇ ਉਹ ਸਾਨੂੰ ਕਹਿੰਦੇ ਵੀ ਨਿੰਦਿਆ ਚੁਗਲੀ ਛੱਡੋ, ਨਾ ਕਰੋ ਨਾ ਸੁਣੋ, ਉਹ ਸਾਡੇ ਭਲੇ ਵਾਸਤੇ ਹੀ ਕਹਿੰਦੇ ਨੇ। ਇਹਦੇ ਵਿੱਚ ਉਹਨਾਂ ਦਾ ਕੋਈ ਸਵਾਰਥ ਨਹੀਂ ਹੈ, ਉਹ ਨਿਰਸਵਾਰਥ ਨੇ, ਉਹ ਸਾਡੇ ਭਲੇ ਵਾਸਤੇ, ਉਹ ਸਾਡੇ 'ਤੇ ਪਰਉਪਕਾਰ ਕਰਦੇ, ਸਾਨੂੰ ਇਹ ਦੱਸ ਕੇ ਬਈ ਤੁਸੀਂ ਇਹ ਚੀਜ਼ਾਂ ਛੱਡੋ ਤਾਂ ਕਿ ਤੁਹਾਡਾ ਮਨ ਸਹਿਜ ਵਿੱਚ ਆਵੇ, ਤੁਸੀਂ ਸੁਖੀ ਹੋ ਜਾਓ, ਤੁਹਾਡੇ ਮਨ ਨੂੰ ਸ਼ਾਂਤੀ ਆ ਜੇ, ਤੁਹਾਡਾ ਮਾਲਕ ਨਾਲ ਮਿਲਾਪ ਹੋ ਜੇ, ਸਾਡੇ ਅੰਦਰ ਸਬਰ ਸੰਤੋਖ ਆ ਜੇ, ਸਾਡੇ ਮਨ ਦੀ ਤ੍ਰਿਪਤੀ ਹੋ ਜੇ। ਉਹ ਇਸ ਵਾਸਤੇ ਸਾਨੂੰ ਇਹ ਰਹਿਤਾਂ ਦੱਸਦੇ, ਉਹ ਸਾਡੇ ਭਲੇ ਵਾਸਤੇ। ਇਹ ਤਾਂਹੀਓ ਮਾਰੇ ਕਹਿੰਦੇ ਵੀ ਉਹ ਸਾਡਾ ਕਰਦੇ ਤਾਂ ਭਲਾ ਨੇ, ਪਰ ਉਹਨਾਂ ਦਾ ਭਲਾ ਕੀਤਾ ਹੋਇਆ ਸਾਨੂੰ ਉਹ ਭਲਾ ਲੱਗਦਾ ਨਹੀਂ। ਜਿਵੇਂ ਮਾਲਕ ਸਾਡਾ ਕਰਦਾ ਤਾਂ ਭਲਾ ਹੀ ਹੈ ਹਮੇਸ਼ਾ, ਪਰ ਮਾਲਕ ਦਾ ਭਲਾ ਕੀਤਾ ਹੋਇਆ ਵੀ ਜੀਵਾਂ ਨੂੰ ਉਹ ਭਲਾ ਜਾਪਦਾ ਹੀ ਨਹੀਂ, ਲੱਗਦਾ ਹੀ ਨਹੀਂ ਭਲਾ। ਮਾਰੇ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੂੰ ਸਦਾ ਸਦਾ ਦਿਆਲਾ। ਜਿਵੇਂ ਮਾਲਕ ਸਾਡਾ ਜੀਵਾਂ ਦਾ ਭਲਾ ਕਰਦਾ, ਉਹੀਓ ਸੁਭਾਅ ਪਰਮਾਤਮਾ ਵਾਲਾ ਹੀ ਉਹ ਹਰੀ ਦੇ ਜਨਾਂ ਦਾ ਹੁੰਦਾ, ਗੁਰਮੁਖਾਂ ਦਾ, ਸੰਤਾਂ ਦਾ, ਸਾਧੂਆਂ ਦਾ। ਜਿਵੇਂ ਪਰਮਾਤਮਾ ਭਲਾ ਕਰਦਾ, ਉਹ ਵੀ ਸਾਡਾ ਭਲਾ ਕਰਦੇ ਹਮੇਸ਼ਾ ਹੀ। ਉਹ ਸਾਡੇ ਭਲੇ ਵਾਸਤੇ ਸਾਨੂੰ ਇਹ ਕਹਿੰਦੇ ਵੀ ਇਹ ਰਹਿਤਾਂ ਰੱਖੋ, ਵੀ ਆਹ ਸਿਮਰਨ ਕਰੋ, ਕਿਉਂਕਿ ਇਹਦੇ ਨਾਲ ਸਾਡਾ ਭਲਾ ਹੋਣਾ, ਸਾਡੇ ਮਨ ਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੇਵਾ ਵਾਸਤੇ ਦੋਵੇਂ ਹੀ ਭਲੇ, ਸੰਤ ਵੀ ਅਤੇ ਵਾਹਿਗੁਰੂ ਵੀ, ਰਾਮ ਵੀ। ਸੰਤਾਂ ਨੇ ਸਾਨੂੰ ਨਾਮ ਜਪਾਉਣਾ, ਉਹਨਾਂ ਨੇ ਸਾਨੂੰ ਗਿਆਨ ਦੇਣਾ, ਇਹ ਸਾਰਾ ਭੇਦ ਦੇਣਾ, ਅਤੇ ਮਾਲਕ ਨੇ ਸਾਨੂੰ ਜੀਵਨ ਮੁਕਤ ਕਰ ਦੇਣਾ। ਮਾਰੇ ਫਰਮਾਉਂਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਬਈ ਇਹ ਸੇਵਾ ਵਾਸਤੇ ਦੋਵੇਂ ਹੀ ਭਲੇ ਨੇ, ਮਾਲਕ ਵੀ ਅਤੇ ਸੰਤ ਵੀ, ਕਿਉਂਕਿ ਸੰਤਾਂ ਅਤੇ ਮਾਲਕ ਦੇ ਵਿੱਚ ਕੋਈ ਫਰਕ ਹੀ ਨਹੀਂ ਹੁੰਦਾ, ਦੋਵੇਂ ਇੱਕ ਰੂਪ ਹੀ ਨੇ। ਆਈਆਂ ਮਾਰੇ ਸਾਨੂੰ ਫਰਮਾਉਂਦੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ। ਬਈ ਸੰਤਾਂ ਦੀ ਨਿੰਦਿਆ ਨਾ ਕਰੋ, ਕਿਉਂਕਿ ਸੰਤ ਅਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ, ਮਾਲਕ ਦੇ ਵਿੱਚ ਦੋਵੇਂ ਹੀ ਭਲੇ ਨੇ ਸੇਵਾ ਵਾਸਤੇ। ਸੰਤ ਵੀ ਭਲੇ ਅਤੇ ਰਾਮ ਵਾਹਿਗੁਰੂ ਵੀ ਭਲਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਨੂੰ ਸੰਤਾਂ ਨੇ ਹੀ ਇਹ ਸਾਰਾ ਭੇਦ ਦੇਣਾ, ਸਮਝਾਉਣਾ ਸਾਨੂੰ ਬਈ ਕਿਹੜੇ ਕਰਮਾਂ ਕਰਕੇ ਅਸੀਂ ਦੁਖੀ ਹਾਂ ਅਤੇ ਕਿਵੇਂ ਅਸੀਂ ਸਦਾ ਲਈ ਸੁਖੀ ਹੋ ਜਾਣਾ, ਕਿਹੜੇ ਕਰਮਾਂ ਕਰਕੇ ਅਸੀਂ ਮਾਲਕ ਤੋਂ ਦੂਰ ਹਾਂ, ਕਿਹੜੇ ਕਰਮਾਂ ਕਰਕੇ ਸਾਡੇ ਅੰਦਰ ਸਹਿਜ ਨਹੀਂ ਹੈ। ਹੁਣ ਐਸਾ ਅਸੀਂ ਕੀ ਕਰੀਏ ਵੀ ਸਾਡਾ ਮਨ ਸਹਿਜ ਵਿੱਚ ਆ, ਸਾਡਾ ਮਨ ਰੋਗ ਰਹਿਤ ਹੋ ਜੇ। ਉਹ ਫਿਰ ਸਾਰਾ ਸਾਨੂੰ ਇਹ ਸੰਤ ਜਨਾਂ ਨਹੀਂ ਭੇਜ ਦੇਣਾ ਹੁੰਦਾ, ਅਤੇ ਫਿਰ ਸੰਤਾਂ ਦਾ ਸੰਗ ਕਰਕੇ ਸਾਡੇ ਅੰਦਰੋਂ ਇਹ ਹਉਮੈ ਦਾ ਰੋਗ ਜੰਮ। ਨਹੀਂ ਤਾਂ ਇਹ ਜਿਹੜਾ ਜੀਵ ਵੈਰ ਵਿਰੋਧ ਕਰਦੇ, ਜਿਹੜਾ ਨਿੰਦਿਆ ਕਰਦੇ ਜਾਂ ਸੁਣਦੇ, ਇਹ ਸਭ ਹਉਮੈ ਦਾ ਕਾਰਨ। ਜੀਵ ਹਉਮੈ ਵਿੱਚ ਆ ਕੇ ਹੀ ਕਿਸੇ ਦੀ ਨਿੰਦਿਆ ਕਰਦਾ, ਜਦੋਂ ਹਉਮੈ 'ਚ ਬੋਲਦਾ ਨਾ, ਫਿਰ ਹੀ ਉਹ ਦੂਸਰਿਆਂ ਦੇ ਔਗਣ ਫਰੋਲਦਾ, ਫਿਰ ਹੀ ਉਹ ਵੈਰ ਵਿਰੋਧ ਈਰਖਾ ਨਫ਼ਰਤ 'ਚ ਜਾਂਦਾ, ਕਿਉਂਕਿ ਉਹਦੇ ਅੰਦਰ ਹਉਮੈ, ਇਹ ਹਉਮੈ ਦਾ ਰੋਗ ਆ। ਉਹ ਹਉਮੈ ਦਾ ਰੋਗ ਲੱਗਿਆ ਹੋਣ ਕਰਕੇ ਉਹਨੂੰ ਤਾਂਹੀਓ ਉਹ ਦੂਸਰੇ ਦੀ ਨਿਖੇਧੀ ਕਰਕੇ ਉਹ ਦੂਸਰੇ ਨੂੰ ਨੀਵਾਂ ਦਿਖਾਉਂਦਾ। ਜਦੋਂ ਸਾਡੇ ਅੰਦਰੋਂ ਇਹ ਹਉਮੈ ਦਾ ਰੋਗ ਚਲਾ ਗਿਆ, ਅਸੀਂ ਕਿਸੇ ਨੂੰ ਨੀਵਾਂ ਨਹੀਂ ਦਿਖਾਵਾਂਗੇ, ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਾਂਗੇ, ਬਈ ਕਾਹਦੇ ਲਈ ਅਸੀਂ ਕਿਸੇ ਨੂੰ ਨੀਵਾਂ ਦਿਖਾਉਣਾ। ਸੋ ਇਸ ਵਾਸਤੇ ਜੀ ਫਿਰ ਮਹਾਰਾਜ ਤਾਂਹੀਓ ਕਹਿੰਦੇ
गुण गावां दिन रैन इते कम लाए, संत जना के संग हौमे रोग जाए। बई संत जना का संग करके साडे अंदरों ये हौमे का रोग जाता लगता। जदों साडे अंदरों हौमे खत्म हो गई, ये असी सारा कुछ ही छड्ड देना। वैर विरोध ईरखा नफरत निंदिया चुगली ये सारा कुछ ही जाता लगना साडे अंदर। सो इस वास्ते फिर आपां समझाउंदे भी ये रोग साडा हौमे का किवें जाना, ਉਹਦੇ वास्ते फिर आपां ये सतगुरु सिमरन अभ्यास दस। बई जिवें भाई गुरदास जी कहते बई ये जो वाहिगुरु ये गुरमंत्र है, इनू जप के जीव के अंदरों हौमे जाती लगती। वरमाउंदे वाहिगुरु गुरमंत्र है जप हौमे खोई। बई ये जो वाहिगुरु गुरु का दिता होया मंत्र अपन गुरमंत्र कहते हैं, इनू ज्यों ज्यों असी जपांगे साडे अंदरों हौमे जाती लगेगी। आओ हुण जो महाराज सानू समझाउंदे भी ये सिमरन करो, जो सानू सतगुरु बार बार कहते भी साडा कहना मनो। बई साडा समा जिहड़ा ये बीतदा जा रहा है, बई हुण साडे आखे ला के साडा कहना मन के भी हुण तुसीं ये सिमरन कर लो वध तों वध। महाराज कहते हर जस रे मना गाई लै, जो संगी है तेरो अवसर बीते हो जात है, कहा मान ले मेरो। गुरु तेग बहादुर महाराज जी सानू किन्ने प्रेम दे नाल समझाउंदे भी हुण तुसीं हरि दा जस करो, हुण सिमरन करो। तुहाडा अवसर हुंदा भी समा बीतदा जा रहा। साडा कहना मान लो भी हुण सिमरन कर लो वध तों वध जिन्ना कर सकदे, क्योंकि समा तो रोज़ दी रोज़ बीतदा जा रहा तो एक दिन समा साडा खत्म हो जाना, मुक जाना। जदों साडा समा मुक गया, जिहड़ा ये हर जस असीं कीता होया इहो साडे काम आउणा, बाकी सब कुछ इत्थे धरे दा धरिया ही रह जाना। इथों किसी ने साडे नाल नहीं जाना, चाहे साडे धीआं पुत्तर ने, चाहे साडे भैन भरा ने, साडे माँ प्यो ने, किसी ने भी अगे अपना साथ नहीं देना। उत्थे साडा साथ देना तो केवल मालक ने, वाहिगुरू नाम ने। तो वह नाम जे हुण असीं सिमरन कीता होएगा, वाहिगुरू नाल जुड़े होवांगे तो साडे नाल सहाई होणगे। सो इस वास्ते हुण आपां नूं कहंदे बई ये वध तों वध सिमरन करो। आओ हुण जो सतगुरु कह रहे आपां उन्हां दा वचन मन्नीए। आओ सारे गुरमुख प्यारे करो जी शुरू। वाहे गुरु 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 वाहे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਇਹਦੇ ਨਾਲ ਸਾਡਾ ਆਪਣਾ ਭਲਾ ਹੁੰਦਾ। ਸੋ ਇਸ ਵਾਸਤੇ ਹੁਣ ਇਹ ਆਪਾਂ ਆਪਣੇ ਹੱਥੀਂ ਆਪਣਾ ਕਾਰਜ ਜਿਹੜਾ ਉਹ ਆਪ ਹੀ ਸਵਾਰਨਾ ਹੁੰਦਾ। ਮਹਾਰਾਜ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਕਿਉਂਕਿ ਵਿਗਾੜਦੇ ਵੀ ਅਸੀਂ ਆਪ ਹੀ ਹਾਂ। ਜਦੋਂ ਹੁਣ ਅਸੀਂ ਵੈਰ ਵਿਰੋਧ 'ਚ ਪੈਂਦੇ ਹਾਂ ਅਸੀਂ ਆਪ ਹੀ ਵਿਗਾੜਿਆ ਹੋਏ। ਜਦੋਂ ਹੁਣ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਇਹ ਸਿਮਰਨ ਕਰਾਂਗੇ, ਨਾਲ ਹੀ ਰਹਿਤਾਂ ਰੱਖਾਂਗੇ ਤੇ ਅਸੀਂ ਸਵਾਰ ਲੈਣਾ, ਸਾਡਾ ਸਬਰ ਜਾਣਾ ਆਪਦਾ। ਇਸ ਵਾਸਤੇ ਹੁਣ ਆਪਾਂ ਇਹ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾਲ ਨਾਲ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ ਜਿੰਨੀ ਆਪਾਂ ਸੰਗਤ ਕਰਾਂਗੇ ਵਾਰ-ਵਾਰ ਆਪਾਂ ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ ਇਸ ਉਪਦੇਸ਼ ਨੂੰ ਅਸੀਂ ਸੁਣਾਂਗੇ ਤੇ ਫਿਰ ਸਾਡੇ ਮਨ ਦੇ ਉੱਤੇ ਅਸਰ ਹੁੰਦਾ। ਸੋ ਇਸ ਵਾਸਤੇ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਇਹ ਜੋ ਸਤਿਗੁਰੂ ਆਪਾਂ ਨੂੰ ਸਮਝਾ ਰਹੇ ਕਿ ਕਿਵੇਂ ਅਸੀਂ ਮਾਲਕ ਨੂੰ ਮਿਲਣਾ, ਕਿਵੇਂ ਅਸੀਂ ਆਪਦੇ ਘਰ ਦੇ ਕੰਮ 'ਤੇ ਲੱਗਣਾ, ਉਹ ਸਾਡਾ ਫਿਰ ਇਹ ਘਰ ਦਾ ਕੰਮ ਹੈ। ਇਹ ਸਿਮਰਨ ਕਰ ਮਾਲਕ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਇਹ ਆਪਣਾ ਘਰ ਦਾ ਕੰਮ ਹੈ। ਸੋ ਇਹ ਹੁਣ ਆਪਾਂ ਕਰਦੇ ਰਹਿਣਾ ਆਪਦਾ ਘਰ ਦਾ ਆਪਣੇ ਵਾਸਤੇ ਨਿੱਜੀ ਹੈ ਸਾਡਾ। ਸੋ ਇੰਨੀਆਂ ਬੇਨਤੀਆਂ ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।